ਏਕ ਓੰਕਾਰ ਵਾਹਿਗੁਰੂ ਜੀ ਕੀ ਸਤਿਨਾਮ। ਵਾਹਿਗੁਰੂ ਜੀ ਏਕੰ ਤਾਤ ਮੇਰੇ ਵਿਯੋਗੀ ਸੋ ਕੀਨੋ, ਨਾ ਦੇਵੰ ਸਹਾਰਿਓ ਨਾ ਦੇਖਨ ਨ ਦੀਨੋ। ਭਰੇ ਅੰਕ ਮੈਂ ਸਤ ਸਵਾਸੰ ਨਿਕਾਰੇ, ਬੜੀ ਪੀਰ ਮਾਨੋ ਹੋਵੇ ਪ੍ਰਾਣ ਨਿਆਰੇ। ਏਕੰ ਤਾਤ ਮੋਰੰ ਵਿਯੋਗੰ ਸੋ ਕੀਨੰ, ਨਾ ਦੇਵੰ ਸਹਾਰਿਓ ਨਾ ਦੇਖਾ ਨ ਦੀਨੋ। ਭਰੇ ਅੰਕ ਮੈਂ ਸਤ ਸਵਾਸੰ ਨਿਕਾਰੇ, ਬੜੀ ਪੀਰ ਮਾਨੋ ਹੋਵੇ ਪ੍ਰਾਣ ਨਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਜਗ ਦੀ ਜੋਤ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਗੁਰੂ ਸਤ ਆਪ ਪਰਮੇਸ਼ਰ ਸਰੂਪ, ਆਪ ਗੁਰਤਾ ਗੱਦੀ ਤੇ ਦਰਸ਼ਨ ਨਿਦਾਰੇ ਦੇ ਰਹੀ, ਸਾਹਿਬਾਂ ਦੀ ਜੋਤ ਜਗ ਰਹੀ ਹੈ। ਆਪ ਸੰਗਤਾਂ ਪ੍ਰੇਮ ਸਿਨਮਰ ਜੁੜੇ ਹੋ। ਆਪ ਧੰਨਵਾਦ, ਵੱਡੇ ਭਾਗ ਹਨ ਜਿਨ੍ਹਾਂ ਨੇ ਚੌਂਕੜੇ ਮਾਰ ਕੇ ਸਿਮਰਨ ਕੀਤਾ। ਗੁਸਤਾਖੀ ਦੀ ਮਾਫੀ ਕਰ ਦੇਣੀ। ਸਾਧ ਸੰਗਤ ਜੀ, ਕੱਲ ਦੱਸ ਨਹੀਂ ਸਕਿਆ ਦਾਸ, ਅੱਜ 2 ਗੁਰੂ ਸਾਹਿਬ ਦੇ ਦਿਹਾੜੇ ਹਨ। ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਹੈ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਗੁਰਤਾ ਗੱਦੀ। ਸਤਿਗੁਰੂ ਮਹਾਰਾਜ ਜੀ ਦੀ ਨਦਰੇ ਨਿਆਮਤ ਸਾਂਝੀ ਕਰਾਂਗੇ। ਜਿਤਨੀ ਕੁ ਬੁੱਧੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਗੁਰ ਇਤਿਹਾਸ ਬੜਾ ਸੁੰਦਰ ਹੈ, ਪਿਆਰਾ ਚੱਲ ਰਿਹਾ ਹੈ। ਆਪ ਸੰਗਤਾਂ ਸ਼ਰਧਾ ਦੇ ਭਿੱਜੇ ਹੋਏ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰਿਆਂ ਵਾਸਤੇ ਆਉਂਦੇ ਹੋ। ਕਿਸੇ ਵਿਦਵਾਨ ਨੇ ਕਿਹਾ, ਕਹਿੰਦੇ ਇਹ ਮਨ ਜਾਗੇ ਕਿ ਇਹ ਨਿਸ਼ਾਨੀ, ਮਨ ਜਾਗੇ ਕਿ ਇਹ ਨਿਸ਼ਾਨੀ, ਪ੍ਰੇਮ ਮਾਨੈ ਸਤਿਗੁਰ ਗੁਰਬਾਣੀ। ਕਹਿੰਦੇ ਮਨ ਜਾਗੇ ਦੀ ਨਿਸ਼ਾਨੀ ਕੀ ਆ? ਪਤਾ ਕਿੱਦਾਂ ਲੱਗੇ? ਕਹਿ ਕੇ ਆ ਯਾਰ ਸਿਆਣੇ ਤੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ, ਦਇਆ ਦੇ ਸਾਗਰ ਆਪ ਵਰਤਦੇ ਹਨ। ਤੋ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਦਇਆ ਹੈ। ਆਪ ਸਤਿਗੁਰੂ ਮੰਡਲ ਪਿਆਰ ਦੇ ਮਾਲਕ ਨੇ। ਕਹਿੰਦੇ ਮਨ ਜਾਗੇ ਕਿ ਇਹ ਨਿਸ਼ਾਨੀ, ਪ੍ਰੇਮ ਮਾਨੈ ਸਤਿਗੁਰ ਗੁਰਬਾਣੀ। ਕਹਿੰਦੇ ਪਤਾ ਕਿੱਦਾਂ ਲੱਗੇ ਮਹਾਰਾਜ ਜੀ? ਸਾਡਾ ਮਨ ਸੁੱਤਾ ਕਿ ਜਾਗਦਾ? ਮਹਾਰਾਜ ਕਹਿੰਦੇ ਜਿੱਦਣ ਤੁਹਾਨੂੰ ਗੁਰਬਾਣੀ ਨਾਲ ਪਿਆਰ ਹੋ ਗਿਆ ਨਾ, ਕਿਤੇ ਆਵਾਜ਼ ਆਉਂਦੀ ਕਥਾ ਦੀ, ਕੀਰਤਨ ਦੀ ਜਾਂ ਗੁਰਬਾਣੀ ਦੀ, ਤੇ ਤੁਹਾਡਾ ਜੀ ਕੀਤਾ ਮੈਂ ਅੰਦਰ ਜਾਵਾਂ, ਮੈਂ ਜਾ ਕੇ ਬਵਾਂ, ਉਦੋਂ ਸਮਝੋ ਵੀ ਤੁਹਾਡਾ ਮਨ ਜਿਹੜਾ ਹੈ ਉਹ ਜਾਗ ਗਿਆ ਹੈ। ਉੱਦਾਂ ਸੁੱਤੇ ਹੀ ਆਪਾਂ। ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਬੋਲੇ। ਤੇ ਤੁਸੀਂ ਧੰਤਾ ਦੇ ਯੋਗ ਹੋ, ਧੰਤਾ ਦੇ ਯੋਗ ਹੋ। ਕਈ ਕਹਿ ਵੀ ਦਿੰਦੇ ਸੁਣ ਕੇ, ਜੀ ਬਾਬਾ ਜੀ ਸੰਗਤ ਦੇ ਗੁਣ ਗਾਉਂਦੇ ਰਹਿੰਦੇ ਆ, ਸੰਗਤ ਦਾ ਧੰਨਵਾਦ ਕਰਦੇ ਰਹਿੰਦੇ ਵੀ ਸੰਗਤ ਜੁੜੀ ਰਹੇ। ਤੇ ਮੈਂ ਕਿਹਾ ਚੰਗੀ ਗੱਲ ਹੀ ਆ। ਇਹ ਵੀ ਕਈਆਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਸੰਗਤ ਦਾ ਧੰਨਵਾਦ ਕਰਨਾ, ਵੀ ਤੁਸੀਂ ਰੋਜ਼ ਆਉਣੇ ਧੰਨ ਹੋ। ਕਹਿੰਦੇ ਜੀ ਇਹ ਵੀ ਨਹੀਂ ਕਹਿਣਾ ਚਾਹੀਦਾ। ਕਮਾਲ ਦੀ ਗੱਲ ਹੈ। ਹੋਰ ਮੈਂ ਇਹ ਕਹਾਂ ਤੁਸੀਂ ਸਾਰੇ ਜਣੇ ਠੇਕੇ ਤੇ ਜਾਇਆ ਕਰੋ, ਚੁਗਲੀਆਂ ਕਰਿਆ ਕਰੋ। ਕਿੱਦਾਂ ਦਾ ਸਮਾਂ ਭਿਆਨਕ ਆ ਗਿਆ ਵੀ ਗੁਰੂ ਨਾਨਕ ਸਾਹਿਬ ਮੇਰੇ 5ਵੇਂ ਪਾਤਸ਼ਾਹ ਸੰਗਤ ਦੀ ਸਾਰੀ ਰਾਤ ਲੱਤਾਂ ਘੁੱਟਦੇ ਰਹੇ। ਤੁਹਾਨੂੰ ਪਤਾ ਸੀ ਨਾ, ਇੱਕ ਬਾਪੂ
ਗੁਰੂ ਅਰਜਨ ਸਾਹਿਬ ਉਹਦੀਆਂ ਲੱਤਾਂ ਨੱਪਣ। ਉਹ ਬਾਪੂ ਨੂੰ ਨਹੀਂ ਸੀ ਪਤਾ, ਪਹਿਲੀ ਵਾਰੀ ਆਇਆ ਸੀ। ਤੇ ਉਹ ਗੁਰੂ ਅਰਜਨ ਸਾਹਿਬ ਨੂੰ ਕਹੀ ਜਾਵੇ, ਪੁੱਤ ਤੈਨੂੰ ਗੁਰੂ ਅਰਜਨ ਸਾਹਿਬ ਇੰਨਾ ਦੇਣ ਰੱਖ ਕੇ ਭੁੱਲੇ, ਤੈਨੂੰ ਗੁਰੂ ਅਰਜਨ ਸਾਹਿਬ ਭਾਗ ਲਾਉਣ, ਤੇਰੀ ਵੱਡੀ ਉਮਰ ਹੋਵੇ, ਤੇਰਾ ਭਲਾ ਹੋਵੇ। ਯਾਤਰਾ ਤੇ ਆਏ ਸੀ ਨਾ, ਥੱਕ ਗਏ, ਤੇ ਮਾਤਾ ਗੰਗਾ ਜੀ ਨੂੰ ਮਾਰੇ ਕਹਿੰਦੇ ਅੱਜ ਮੌਕਾ ਮਿਲਿਆ, ਸੰਗਤ ਥੋੜ੍ਹੀ ਜਿਹੀ ਹਟਵੀਂ, ਹਨੇਰਾ ਹੋ ਗਿਆ ਤੇ ਅੱਜ ਸੇਵਾ ਲੁੱਟ ਗਏ। ਅੱਜ ਆਪਾਂ ਨੂੰ ਤੁਸੀਂ ਪੱਖਾ ਲਓ ਨਾਲ, ਉਦੋਂ ਕਿੱਥੇ ਬੱਤੀ ਸੀ, ਸੰਗਤ ਨੂੰ ਕੁਝ ਪੱਖੇ ਦਿੱਤੇ ਵੀ ਉਹਨਾਂ ਨੂੰ ਝੱਲਣੇ, ਕਈਆਂ ਨੂੰ ਸੇਵਾ ਲੱਗ ਗਈ ਲੰਗਰ ਦੀ। ਜਿੱਦਾਂ ਤੁਹਾਨੂੰ ਕਹਿ ਦਈਏ ਉਦੋਂ ਬੜਾ ਚਾਅ ਹੁੰਦਾ ਸੀ, ਅੱਜ ਕਿਸੇ ਨੂੰ ਕਹਿ ਦੇ ਲੌਸਮੈਂਟ ਕਰਦੇ ਵੀ ਸੰਗਤ ਆ ਰਹੀ, ਆਪਾਂ ਅੱਗੋਂ ਜਾ ਕੇ ਸਾਹਮਣੇ ਸਵਾਲ ਨਹੀਂ ਪੈਦਾ ਕੋਈ ਨਿਕਲ ਜੇ ਘਰੋਂ ਗੁੱਸਾ ਨਾ। ਅਗਲੇ ਕਹਿੰਦੇ ਚੁੱਲ੍ਹੇ 'ਚ ਪੈਣ ਸਾਰੇ, ਸਾਨੂੰ ਟੀਵੀ ਵੇਖਣ ਦੀ ਹੈ। ਉਹ ਸਮਾਂ ਭਲਾ ਸੀ, ਕੋਈ ਆਣ ਮਿਲਾਵੇ ਮੇਰਾ ਹਾਂ ਤਿਸ ਪੈ ਆਣ, ਦਰਸ਼ਨ ਹਰ ਦੇਖਣ ਕੈ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਜੀਵਨ ਕਿੰਨਾ ਕੁ ਪਿਆਰਾ। ਸੰਗਤ ਨੂੰ ਬਾਬਾ ਅਤਰ ਸਿੰਘ ਜੀ ਮਸਤੂ ਬਾਣੇ ਵਾਲੇ ਮਹਾਂਪੁਰਖ ਬਚਨ ਕਰਦੇ ਹੁੰਦੇ ਸੀ ਆਪਣੇ ਸੇਵਾਦਾਰਾਂ ਨੂੰ, ਕਹਿਣ ਲੱਗੇ ਤੁਹਾਡੇ ਡੰਡੇ ਫਿਰਨੇ ਆ ਦਰਗਾਹ ਦੇ ਵਿੱਚ ਵੀ, ਆਖੋ ਵਾਹਿਗੁਰੂ। ਜਦੋਂ ਉਹਨਾਂ ਕਹਿਣਾ ਤੁਹਾਡੇ ਡੰਡੇ ਫਿਰਨੇ ਦਰਗਾਹ ਦੇ ਵਿੱਚ, ਕਹਿਣਾ ਬਾਬਾ ਜੀ ਸੀਸ ਦਿਆ ਕਰੋ। ਤੇ ਉਹਨਾਂ ਕਹਿਣਾ ਤੁਹਾਡੀਆਂ ਸ਼ਿਕਾਇਤਾਂ ਆਉਂਦੀਆਂ। ਮਹਾਰਾਜ ਕੀ ਆਉਂਦੀਆਂ? ਕਹਿੰਦੇ ਜਦੋਂ ਸੰਗਤ ਆਉਂਦੀ ਤੁਸੀਂ ਜਲ ਵੀ ਨਹੀਂ ਛਕਾਉਂਦੇ ਜੇ, ਲੰਗਰ 'ਚ ਸੰਗਤ ਬਹਿੰਦੀ ਪ੍ਰਸ਼ਾਦਾ ਨਹੀਂ ਤੁਸੀਂ ਛਕਾਉਂਦੇ, ਸੰਗਤਾਂ ਦਾ ਧਿਆਨ ਨਹੀਂ ਰੱਖਦੇ, ਸੰਗਤ ਦੇ ਜੋੜੇ ਚੁੱਕ ਕੇ ਲੈ ਜਾਂਦੀ ਸੰਗਤ ਹੈ। ਇਸ ਤਰ੍ਹਾਂ ਮਹਾਂਪੁਰਖ ਕਹਿੰਦੇ ਉਹ ਭਲਿਓ ਇਹਨਾਂ ਸੰਗਤਾਂ ਕਰਕੇ ਲੋਹਾਂ 'ਚ ਅੱਗਾਂ ਬਲਦੀਆਂ ਏ, ਸੰਗਤ ਦਾ ਖਿਆਲ ਰੱਖਿਆ ਕਰੋ, ਨਹੀਂ ਤੇ ਦਰਗਾਹ 'ਚ ਡੰਡੇ ਪੈਣੇ ਜੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਤੇ ਜਿਹਨੇ ਸੰਗਤ ਦੀ ਨਿੰਦਿਆ ਕਰਤੀ ਉਹਨੂੰ ਕੀ ਮਿਲੂਗੀ? ਉਹ ਤਾਂ ਮਾਰੇ ਕਹਿੰਦੇ ਸੰਤ ਕਾ ਦੋਖੀ ਸਦਾ ਪਵਿੱਤ, ਸੰਤ ਕਾ ਦੋਖੀ ਕਿਸੇ ਕਾ, ਜਿਹੜਾ ਸੰਗਤ ਦਾ ਦੋਖੀ ਮਾਰੇ ਕਹਿੰਦੇ ਉਹ ਕਿਸੇ ਦਾ ਵੀ ਮਿੱਤਰ ਨਹੀਂ। ਫਿਰ ਮਾਰੇ ਕਹਿੰਦੇ ਸੰਤ ਕਾ ਦੋਖੀ ਮਹਾ ਹਤਿਆਰਾ, ਦੁਨੀਆ ਦੇ ਸਾਰੇ ਪਾਪ ਸਾਰੇ ਕ੍ਰਾਈਮ ਥੱਲੇ ਨੇ, ਪਰ ਸਭ ਤੋਂ ਵੱਡਾ ਪਾਪ ਹੈ ਸੰਗਤ ਦੀ ਨਿੰਦਿਆ, ਸੰਗਤ ਪ੍ਰਤੀ ਮਾੜਾ ਬੋਲਣਾ, ਮਾੜੇ ਵਿਚਾਰ ਰੱਖਣੇ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਦਇਆ ਦੇ ਸਾਗਰ ਗੁਰੂ ਹਰਿ ਸਾਹਿਬ ਜੀ ਦਾ ਅੱਜ ਜੋਤੀ ਜੋਤ ਹੈ ਪੁਰਬ। ਤੇ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਧ 31 ਸਾਲ ਉਹਨਾਂ ਦੀ ਸਰੀਰਕ ਉਮਰ ਹੈ, ਅੱਗੇ ਜਾ ਕੇ ਆਪਾਂ ਆਨੰਦ ਲੈਣੇ। ਔਰ ਮਹਾਰਾਜ ਸਭ ਤੋਂ ਵੱਧ ਇੱਕੋ ਸ਼ਬਦ ਕਹਿੰਦੇ ਹੁੰਦੇ ਸੀ, ਕਹਿੰਦੇ ਸਿੱਖੋ ਜਦੋਂ ਕੋਈ ਅਥਿਤੀ ਦੇ ਮੂੰਹ 'ਚ ਬੁਰਕੀ ਪਾਉਂਦਾ ਤੇ ਗੁਰੂ ਨਾਨਕ ਦਾ ਢਿੱਡ ਭਰਦਾ। ਅਥਿਤੀ ਪਤਾ ਕਿਹਨੂੰ ਕਹਿੰਦੇ ਆ? ਜਿਹੜਾ ਟਾਈਮ ਦੱਸ ਕੇ ਨਾ ਆਵੇ, ਫੋਨ ਕਰਕੇ ਨਾ ਆਵੇ, ਯਕਦਮ ਹੀ ਆਵੇ। ਦੱਸਿਆ ਕਈ ਵਾਰ ਆਪਾਂ ਵੇਖੀਦਾ ਨਾ ਰਾਤ ਦੇ 9 ਵਜੇ ਤੇ ਆ ਜੇ ਕੋਈ, ਉਸ ਵੇਲੇ ਜਿਹੜਾ ਉੱਠ ਕੇ ਚਾਹ ਨਾਲ ਪ੍ਰਸ਼ਾਦਾ ਤਿਆਰ ਕਰੇ, ਜਲ ਪਾਣੀ ਛਕਾਵੇ, ਉਹਨੂੰ ਕਹਿੰਦੇ ਅਥਿਤੀ ਦੀ ਸੇਵਾ। ਜਿਹੜਾ ਦੱਸ ਕੇ ਆਉਂਦਾ ਥਿੱਤਵਾਰ ਟਾਈਮ, ਉਹ ਤਾਂ ਦੱਸਿਆ ਹੋਇਆ। ਜਿਹੜਾ ਇੱਕੇ ਵਾਰ ਹੀ ਆ ਜੇ, ਮੰਨ ਲਓ ਹਨੇਰਾ ਹੋ ਗਿਆ, ਕਈ ਥਾਵਾਂ 'ਤੇ ਸਮਾਗਮ 'ਤੇ 10-10 ਵਜੇ ਵੀ ਗੁਰੂ ਕੀ ਸੰਗਤ ਪ੍ਰਸ਼ਾਦਾ ਤਿਆਰ ਕਰ ਲੈਂਦੀ ਹੈ, ਹਾਲਾਂਕਿ ਸਾਰੇ ਸੁੱਤੇ ਹੁੰਦੇ ਉੱਠ ਕੇ ਜਿਨ੍ਹਾਂ ਨੂੰ ਚਾਅ ਹੈ। ਇਸ ਕਰਕੇ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਖ ਹੋਏ ਹੈ। ਉਹਨਾਂ ਮਹਾਂਪੁਰਖਾਂ ਦੀ ਇੱਕ ਦਾਸਤਾਨ ਹੈ ਵੀ ਰਾਤ ਦੇ 12 ਵਜੇ ਤੇ ਕੁੱਤੇ ਰੋਣ, ਤੇ ਬਾਬਾ ਵੀਰ ਸਿੰਘ ਜੀ ਆਪਣੇ ਸਾਥੀ ਨੂੰ ਕਹਿੰਦੇ ਉੱਠ, ਕਹਿੰਦੇ ਬਾਬਾ ਜੀ ਅਜੇ ਤਾਂ 12 ਵਜੇ 2:30 ਵਜੇ ਉੱਠੀਦਾ। ਕਹਿੰਦੇ ਉੱਠ ਸਾਡੀ ਜਾਨ ਨੂੰ ਰੋਣ ਦਿਆ ਕੋਈ। ਕਹਿੰਦੇ ਮਹਾਂਪੁਰਖੋ ਕੌਣ ਰੋਣ ਦਿਆ? ਕਹਿੰਦੇ ਆ ਜਾ ਵਿਖਾਵਾਂ। ਬਾਹਰ ਕੁੱਤੇ ਰੋਣ ਲੰਮੀ ਏਕ ਲਾ ਕੇ। ਕਹਿੰਦੇ ਜੀ ਇਹ ਤੇ ਕੁੱਤੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਾ ਵੀਰ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਚਪੇੜਾਂ ਕਾਹਦੇ ਲਈ ਖਾਧੀਆਂ? ਇਹ ਵਿਚਾਰੇ ਕਿੱਧਰ ਜਾਣ ਹੁਣ? ਪਿੰਡ ਵਾਲਿਆਂ ਤਾਂ ਬੂਹੇ ਢੋਲੇ, ਇਹਨਾਂ ਰੋਣਾ ਸਾਡੀ ਜਾਨ ਨੂੰ, ਨਿਸ਼ਾਨ ਸਾਹਿਬ ਝੁਲਦਾ, ਇਹਨਾਂ ਨੂੰ ਪ੍ਰਸ਼ਾਦਾ ਛਕਾਈਏ। ਵੇਖੋ ਕਿੰਨਾ ਉੱਚਾ ਸੁੱਚਾ ਜੀਵਨ। ਰਾਤ ਦੇ 12 ਵਜੇ ਬਾਬਾ ਵੀਰ ਸਿੰਘ ਜੀ ਨੇ ਆਪ ਆਟਾ ਗੁੰਨਿਆ ਤੇ ਗੁੰਨ ਕੇ ਛਕਾਇਆ ਕਿਹਨੂੰ? ਕੁੱਤਿਆਂ ਨੂੰ। ਇੱਥੇ ਬੰਦਾ ਆ ਜੇ ਤੇ ਅਗਲੇ ਕਹਿੰਦੇ ਅਸੀਂ ਕੀ ਕਰੀਏ ਹੁਣ, ਪਹਿਲਾਂ ਸੁੱਤੇ ਹੀ ਆ ਗਏ ਅੱਧੀ ਰਾਤ, ਸੌਂ ਜਾਓ ਚੁੱਪ ਕਰਕੇ। ਤੇ ਇਸ ਕਰਕੇ ਮਹਾਰਾਜ ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ।
तिन की कथा निरारी रे, तिन की कथा निरारी रे। तिन की कथा निरारी रे, तिन की कथा निरारी रे। हर के सेवक जो हर पाए, हर के सेवक जो हर पाए। तिन की कथा निरारी रे, तिन की कथा निरारी रे। आवे न जावे न कबू मरते, आवे न जावे न कबू मरते। पार ब्रह्म संगारी रे, पार ब्रह्म संगारी रे। तिन की कथा निरारी रे, तिन की कथा निरारी रे। हर के सेवक जो हर पाए, हर के सेवक जो हर पाए। ਮਾਰੇ ਕਹਿੰਦੇ ਜਿਹੜੇ ਰੱਬ ਨੂੰ ਭਾਗੀ ਉਹਨਾਂ ਦੀ ਕਥਾ ਬੜੀ ਨਿਰਾਲੀ ਹੈ, ਲੋਕਾਂ ਨੂੰ ਨਹੀਂ ਚੰਗੀ ਲੱਗਣੀ। ਹੁਣ ਆ ਸੁਣ ਕੇ ਕਿਸੇ ਨੇ ਕਹਿਣਾ ਝੂਠ ਹੀ ਹੈ। ਰਾਤ ਦੇ 12 ਵਜੇ ਕੁੱਤਿਆਂ ਨੂੰ ਫੁਲਕੇ ਕੌਣ ਛਕਾਉਂਦਾ? ਛਕਾਏ ਬਾਬਾ ਵੀਰ ਸਿੰਘ ਨੇ। ਕੋਈ ਸ਼ੱਕ ਨਹੀਂ ਸਾਧ ਸੰਗਤ, ਨਿਰਾਰੀ ਕਥਾ ਦਾ ਅਰਥ ਹੀ ਇਹ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੇਵਕ ਹੁਣ ਗੁਰੂ ਅਰਜਨ ਸਾਹਿਬ ਜਦੋਂ ਤਖਤ ਤੇ ਬੈਠੇ ਬਾਪੂ ਜੀ, ਉਹ ਬਜ਼ੁਰਗ ਦੇ ਹੱਥ 'ਚ ਸੋਟਾ ਤੇ ਸਾਰੀ ਸੰਗਤ ਲੈਣ ਲੱਗੀ ਮੱਥਾ ਟੇਕਣ ਨੂੰ। ਤੇ ਜਦੋਂ ਉਹਨੇ ਮੱਥਾ ਟੇਕਿਆ ਨਾ, ਤੇ ਕਿਉਂਕਿ ਨੇੜਿਓਂ ਵੇਖਿਆ ਸੀ ਰਾਤ ਸਤਿਗੁਰੂ ਨੂੰ, ਤੇ ਜਦੋਂ ਮਹਾਰਾਜ ਨੂੰ ਵੇਖਿਆ ਤੇ ਮੱਥੇ ਤੇ ਹੱਥ ਮਾਰ ਕੇ ਤੇ ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਬਾਪੂ ਕਿਉਂ ਰੋਣਾ ਏ? ਕਹਿੰਦਾ ਸੰਗਤ ਜੀ ਮੇਰੇ ਤੋਂ ਬੜਾ ਵੱਡਾ ਪਾਪ ਹੋ ਗਿਆ, ਲੋਕੀ ਦੇ ਦਰਸ਼ਨ ਕਰਕੇ ਪਾਪ ਲਾਉਂਦੇ ਮੈਂ ਚੜਾਲੇ ਐ। ਮਹਾਰਾਜ ਕਹਿੰਦੇ ਬਾਪੂ ਕੀ ਹੋਇਆ? ਚੁੱਪ ਕਰ, ਕਾਹਤੋਂ ਰੋਣਾ ਰੌਲਾ ਪਾਉਣਾ? ਕਹਿੰਦੇ ਸੰਗਤ ਜੀ ਆਪਾਂ ਸਾਰੇ ਗਣਾਈ ਐ। ਮਹਾਂਪੁਰਖੋ ਕਾਹਦੇ ਬਾਪੂ ਜੀ? ਕਹਿੰਦੇ ਓਏ ਸਾਰੀ ਰਾਤ ਜਿਸ ਗੁਰੂ ਨੂੰ ਮਿਲਣਾ ਏ ਉਹ ਆਪਣੀ ਸੇਵਾ ਕਰਦਾ ਰਿਹਾ, ਤੇ ਅੱਜ ਵੀ 25 ਕਿੱਲਿਆਂ 'ਚ ਸਰੋਵਰ ਤਰਨ ਤਾਰਨ ਦਾ ਇਤਿਹਾਸ ਪੜ੍ਹ ਕੇ ਵੇਖਿਓ। ਮੇਰੇ ਬਾਪੂ ਗੁਰੂ ਅਰਜਨ ਸਾਹਿਬ ਜੀ ਸਾਰੇ ਬਾਪੂ ਬੇਬੇ ਜਿਹੜੇ ਲੋਕਾਂ ਨੇ ਘਰਾਂ 'ਚੋਂ ਕੱਢਤੇ ਸੀ, ਜਿਨ੍ਹਾਂ ਦੇ ਕੀੜੇ ਤੱਕ ਪਏ, ਕੋੜੀਆਂ ਦੇ, ਪਿੰਗਲਿਆਂ ਦੇ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਸੰਭਾਲਦੇ ਰਹੇ। ਆਪ ਉਹਨਾਂ ਨੂੰ ਨਵਾਉਣਾ, ਪ੍ਰਸ਼ਾਦ ਉਹਨਾਂ ਦੇ ਮੁੱਖ 'ਚ ਪਾਉਣਾ, ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਦਾ ਬਿਰਧ ਹੈ। ਇਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਦਾ ਸਭ ਤੋਂ ਵੱਡਾ ਦਵਾਖਾਨਾ ਸੀ ਕੀਰਤਪੁਰ, ਤੇ ਇਤਿਹਾਸ ਵਿੱਚ ਕੋਈ ਮੁੜ ਕੇ ਇੱਦਾਂ ਦਵਾਖਾਨਾ ਨਹੀਂ ਬਣਿਆ ਜਿੱਥੇ ਹਿੰਦੁਸਤਾਨ ਦੇ ਅੱਜ ਬਾਦਸ਼ਾਹ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਬਿਮਾਰ ਹੁੰਦੇ ਤੇ ਕਿੱਥੇ ਇਲਾਜ ਕਰਾਉਂਦੇ ਭਲਾ? ਅਮਰੀਕਾ। ਪਰ ਉਸ ਵਕਤ ਹਿੰਦੁਸਤਾਨ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੋਇਆ ਤੇ ਇਲਾਜ ਕਰਾਉਣ ਕਿੱਥੇ ਆਇਆ? ਕੀਰਤਪੁਰ ਸਾਹਿਬ। ਕਹਿੰਦੇ ਗੁਰੂ ਨਾਨਕ ਦੀ ਗੱਦੀ ਦਾ 7ਵਾਂ ਪੀਰ ਬੈਠਾ ਉੱਥੇ। ਖਸ਼ਟਮ ਗਰੀਬ ਨਵਾਜ, ਦਇਆ ਦੇ ਸਾਗਰ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਵਰਸਾਏ ਹੋਏ ਦੀਨ ਦੁਨੀਆ ਦੇ ਮਾਲਕ ਦੀ ਕਥਾ ਤਾਂ ਬੜੀ ਪਿਆਰੀ ਹੈ। ਉਹ ਥੋੜ੍ਹਾ ਜਿਹਾ ਆਨੰਦ ਬੇਬੇ ਨਾਨਕੀ ਦੇ ਘਰ ਦਾ ਮਾਣੀਏ। ਗੁਰੂ ਸਾਹਿਬ ਜੀ ਉੱਥੋਂ ਕੱਲ ਤੁਰਨ ਲੱਗੇ ਸਨ। ਰਾਏ ਬੁਲਾਰ ਜੀ ਵਿਰਾਗ ਕਰ ਰਹੇ ਹੈ, ਪਰ ਅੰਦਰੋਂ ਨਹੀਂ ਭੇਜਣਾ ਚਾਹੁੰਦੇ, ਬਾਹਰੋਂ ਭੇਜ ਰਹੇ ਹਨ। ਹੁਣ ਸਤਿਗੁਰੂ ਮਹਾਰਾਜ ਜੀ ਆਪਣੇ ਘਰ ਆਏ ਹਨ। ਤੋ ਕਹਿਣ ਲੱਗੇ ਮਾਤਾ ਤ੍ਰਿਪਤਾ ਜੀ,
ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਬੁੱਕਲ 'ਚ ਲੈ ਲਿਆ। ਯਾਰੋ ਯਾਰ ਮਾਂ ਰੋ ਰਹੀ ਹੈ, ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਹਨ, ਇੱਕੋ ਗੱਲ ਕਹਿ ਰਹੀ ਹੈ, ਮੇਰਾ ਇੱਕੋ ਇੱਕ ਪੁੱਤ ਹੈ। ਪਟਵਾਰੀ ਸਾਹਿਬ ਵੇਖ ਲਓ, ਅੱਜ ਤੁਹਾਡਾ ਕਰਕੇ ਦੂਰ ਹੋਣ ਲੱਗਾ। ਤੇ ਔਰ ਕਈਆਂ ਦੇ ਨਾਲ ਇੱਦਾਂ ਹੋਇਆ, ਆ ਗਿੱਦੜ ਪਿੰਡੀ ਲਾਗੇ ਇੱਕ ਨਗਰ ਸੀ ਔਰ ਉਹਨਾਂ ਦੀ 50 ਕਿੱਲੇ ਜ਼ਮੀਨ, ਪਿੰਡ ਦੇ ਉਰਲੇ ਪਾਸੇ ਬੜਾ ਵੱਡਾ ਮਹਿਲ ਛੱਤਿਆ। ਉਹ ਬੱਚੇ ਨੇ ਜਿੱਦ ਫੜ ਲਈ, ਕਹਿੰਦਾ ਮੈਂ ਬਾਹਰ ਹੀ ਜਾਣਾ, ਬਾਹਰ ਹੀ ਜਾਣਾ। ਤੇ ਘਰਦਿਆਂ ਨੂੰ ਵੀ ਲਾਲਚ ਜਿਹਾ ਹੋ ਜਾਂਦਾ, ਉਹ ਇੰਨਾ ਰਿਜ਼ਕ ਹੁੰਦਿਆਂ ਵੀ ਕਈ ਤੇ ਚਲੋ ਮਜਬੂਰੀ ਹੈ ਨਾ, ਕਿਸੇ ਗਰੀਬ ਕੋ ਕੁਛ ਹੈ ਹੀ ਨਹੀਂ, ਉਹਨੇ ਤਾਂ ਫਾਹਾ ਲੈਣਾ ਹੀ ਹੈ। ਇੱਥੇ ਕਰੋੜਾਂਪਤੀ ਵੀ ਲੈਂਦਾ ਹੈ, ਢਿੱਡ ਨਹੀਂ ਭਰਦਾ। ਤੋ ਇਸ ਕਰਕੇ ਕਈ ਇੰਨੇ ਕਰੋੜਾਂਪਤੀ ਉਹਨਾਂ ਧੋਖੇ ਖਾਦੇ। ਉਹ ਕੱਲਾ ਕੱਲਾ ਬੱਚਾ ਸੀ, 2 ਨੰਬਰ 'ਚ ਗਿਆ ਤੇ ਰਸਤੇ ਦੇ ਵਿੱਚ ਬੇੜੀ ਡੁੱਬ ਗਈ ਤੇ ਦੀਵਾ ਬੁਝ ਗਿਆ। ਬਹੁਤੇ ਨੂੰ ਪਈ, ਥੋੜਿਓਂ ਵੀ ਗਈ। ਜਿਹਨੂੰ ਰੱਬ ਨੇ ਦਿੱਤਾ ਉਹ ਤਾਂ ਖੁਸ਼ ਰਵੇ, ਚਲੋ ਜੇ ਕਿਤੇ ਗਰੀਬ ਮਜਬੂਰ ਦੀਦਾ ਕੁਝ ਨਹੀਂ, ਪਰ ਦੁਨੀਆ ਦੇ ਸਬਰ ਦਾ ਬੰਨ ਟੁੱਟ ਗਿਆ, ਹੁਣ ਸਬਰ ਨਹੀਂ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਜੀ, ਇਹਨਾਂ ਦੀ ਮਾਤਾ ਤ੍ਰਿਵਤਾ। ਇੱਕ ਵਾਰੀ ਸਾਰੀ ਸੰਗਤ ਆਖੋ ਧੰਨ ਮਾਂ ਤ੍ਰਿਵਤਾ ਜੀ, ਧੰਨ ਮਾਂ ਜਿਨੇ ਗੁਰੂ ਨਾਨਕ ਨੂੰ ਜਣਿਆ। ਧੰਨ ਧੰਨ ਸੋ ਜਨਨੀ ਜਿਨ ਗੁਰੂ, ਧੰਨ ਮੇਰੀ ਮਾਂ ਮਾਤਾ ਤ੍ਰਿਵਤਾ ਜੀ। ਗਲਵੱਕੜੀ ਪਾ ਕੇ ਕਹਿੰਦੇ ਮੇਰਾ ਇੱਕੋ ਪੁੱਤਰ ਹੈ, ਬੜੀਆਂ ਅਰਦਾਸਾਂ ਦੇ ਨਾਲ ਲਿਆ ਹੈ, ਅੱਜ ਮੇਰੇ ਤੋਂ ਦੂਰ ਚੱਲਿਆ ਹੈ। ਕਹਿਣ ਲੱਗੇ ਕਿ ਮਾਂ ਦੇ ਕੋਲੋਂ ਪੁੱਤਰ ਦਾ ਵਿਛੋੜਾ ਨਹੀਂ ਝੱਲਿਆ ਜਾਂਦਾ, ਬਹੁਤ ਔਖੇ ਵਿਛੋੜੇ ਝੱਲਣੇ। ਸਾਧ ਸੰਗਤ ਜੀ, 4 ਦੁੱਖ ਬੰਨੇ ਗੁਰਬਾਣੀ ਨੇ, ਇੱਕ ਵਾਰੀ ਤੁਸੀਂ ਵੀ ਸਾਂਝੇ ਕਰਿਓ। 4 ਦੁੱਖ ਵੱਡੇ ਐ ਮਹਾਰਾਜ ਦੀ ਗੁਰਬਾਣੀ 'ਚ। ਦੁੱਖ ਵਿਛੋੜਾ, ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਉਹ ਸਾਨੂੰ ਉਦਣ ਮਿਲਿਆ ਸੀ ਜਿੱਦਣ ਸਾਡਾ ਜਨਮ ਹੋਇਆ। ਮਹਾਂਪੁਰਖ ਕਹਿੰਦੇ ਹੁੰਦੇ ਵੀ ਆਤਮਾ ਤੇ ਪ੍ਰਮਾਤਮਾ ਦੀ ਲੱਗੀ ਹੁੰਦੀ ਆ। ਜਦੋਂ ਬੱਚੇ ਦਾ ਜਨਮ ਹੁੰਦਾ ਤੇ ਚੀਕਾਂ ਮਾਰਦਾ, ਰੋਂਦਾ ਕਿਉਂ ਹੈ? ਪਹਿਲਾ ਦਿਨ ਅਜੇ ਦੁਨੀਆ ਤੇ। ਉਹਦਾ ਕਾਰਨ ਇਹ ਹੁੰਦਾ ਕਿ ਸਾਈਂ ਦੇ ਨਾਲ ਅਰਦਾਸਾਂ ਦੇ ਵਿੱਚ, ਬੰਦਗੀ ਦੇ ਵਿੱਚ ਜੁੜਿਆ ਹੁੰਦਾ ਹੈ। ਜਦੋਂ ਫਿਰ ਉਹਦਾ ਜਨਮ ਹੁੰਦਾ ਹੈ ਨਾ, ਤੇ ਪ੍ਰਮਾਤਮਾ ਕਹਿੰਦਾ ਵੀ ਮੇਲੇ 'ਚ ਤੈਨੂੰ ਮੈਂ ਭੇਜ ਦੇਣ ਲੱਗਾ ਇਹ ਜੋ ਦੁਨੀਆ, ਤੇ ਵੇਖੀ ਕਿਤੇ ਮੇਲੇ 'ਚ ਗਵਾਚ ਨਾ ਜਾਈ। ਮੇਲੇ ਦੇ ਵਿੱਚ ਤੈਨੂੰ ਭੇਜਣ ਲੱਗਾ ਏ ਤੇ ਮੇਲੇ ਦੇ ਵਿੱਚੋਂ ਲਾਹਾ ਲੈ ਕੇ ਆਈ। ਹੁਣ ਜਦੋਂ ਜਨਮ ਹੁੰਦਾ ਬੱਚੇ ਦਾ ਨਾ, ਰੋਂਦਾ ਕਿਉਂ? ਸਵਾਲ ਹੈ, ਧਿਆਨ ਦਿਓ ਜੀ। ਉਹਦਾ ਕਾਰਨ ਇਹੋ ਹੈ ਵੀ ਰੱਬ ਨੂੰ ਆਪਾਂ ਕਹੀਦਾ ਜੀ ਮੈਂ ਮੇਲੇ ਜਾਣਾ, ਮੈਂ ਜਾਣਾ, ਮੈਂ ਜਾਣਾ। ਰੱਬ ਜੀ ਫਿਰ ਆਪਾਂ ਨੂੰ ਭੇਜਦੇ ਧਰਤੀ 'ਤੇ ਜਦੋਂ ਆਪਣਾ ਜਨਮ ਹੁੰਦਾ, ਤੇ ਫਿਰ ਨਾਲ ਹੀ ਇਹ ਕਹਿ ਦਿੰਦੇ ਵੀ ਛੇਤੀ ਛੇਤੀ ਮੋੜ ਆਈ ਬਾਬਾ, ਅਬ ਨਾ ਬਸੋ ਘਰੀ ਘਰੀ ਕਾ। ਕਹਿਣ ਲੱਗੇ ਖਿਆਲ ਰੱਖੀ ਮੇਰੇ ਵੱਲ ਨੂੰ, ਤੇ ਵਾਅਦਾ ਕਰਕੇ ਆਏ ਆਪਾਂ ਸਾਰੇ ਭਈ ਪ੍ਰਾਪਤ ਮਨੁੱਖ ਦਿਉਰੀਆ। ਆਏ ਤੇ ਮਿਲਣ ਸੀ ਗੋਬਿੰਦ ਨੂੰ, ਪਰ ਆਪਣੀਆਂ ਮਿਲਣੀਆਂ 'ਚ ਗਵਾਚ ਗਏ। ਨਾ ਮਾਸੀ, ਨਾ ਚਾਚੀ, ਨਾ ਭੂਆ, ਨਾ ਫੁੱਫੀ, ਕਿੰਨਿਆਂ ਦੀਆਂ ਮਿਲਣੀਆਂ ਹੀ ਕਰੀ ਜਾਂਦਾ। ਰੱਬ ਨੂੰ ਤਾਂ ਮਿਲਣ ਆਉਂਦਾ ਹੀ ਨਹੀਂ। ਜਦੋਂ ਕਿਤੇ ਛਾਪ ਪਈ ਹੋਵੇ ਤੇ ਮਿਲਣੀ ਵੀ ਲੰਮੀ ਕਰਦਾ ਹੀ। ਉਹ ਕਿੰਨਾ ਚਿਰ ਘੁੱਟੀ, ਉਹ ਕਹਿੰਦਾ ਭਰਾਵਾ ਮੇਰੀ ਡਿੱਗ ਸਹੇਲੀ ਅੱਗੇ ਲੱਕ ਨਾ ਘੁੱਟ ਛੱਡ ਦੇ। ਕਈ ਫਿਰ ਘੁੱਟ ਕੇ ਪਾਉਂਦੇ ਨਾ ਗਲਵੱਕੜੀ, ਮੋਟਾ ਜਿਹਾ ਹੁੰਦਾ ਕੜਾ ਪਾਇਆ। ਉਹ ਕਹਿੰਦਾ ਬਸ ਕਰ ਜਾ। ਕਹਿੰਦੇ ਨਹੀਂ ਨਹੀਂ ਪ੍ਰਾਹੁਣੇ, ਅੱਜ ਤਾਂ ਖੁਸ਼ੀ ਬੜੀ ਹੈ। ਹਾਂਜੀ, ਉਹ ਹਟਾ ਕੇ ਉਹਨਾਂ ਨੂੰ ਪਿਛਾਂਹ ਕਰਨਾ ਪੈਂਦਾ। ਬਸ ਕਰੋ, 2 ਘੰਟੇ ਮਿਲ ਲਿਆ, ਸਾਰਾ ਦਿਨ ਮਿਲ ਲਿਆ, ਹੁਣ ਤੇ ਹਟ ਜਾਓ। ਤੇ ਜਦੋਂ ਗੁਰੂ ਨੂੰ ਮਿਲਣਾ ਹੁੰਦਾ ਤਾਂ 5 ਮਿੰਟ 'ਚ ਕਾਲੇ ਪੈ ਜਾਂਦੇ। ਬਾਬਾ ਬਸ ਕਰ ਜਾਓ, ਆਖੋ ਸਤਿਨਾਮ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਆਇਓ ਪੜ੍ਹਨ ਸੁਣਨ ਕੋ। ਆਇਆ ਸੀ ਸਾਈਂ ਨੂੰ ਮਿਲਣ, ਉਹ ਭੁੱਲ ਗਿਆ ਵਾਅਦੇ, ਇਕਰਾਰ ਭੁੱਲ ਗਿਆ, ਪਰ ਰੱਬ ਨਹੀਂ ਵਾਅਦਾ ਭੁੱਲਿਆ। ਉਹਨੇ ਜਿੰਨੀ ਤਰੀਕ ਦਿੱਤੀ ਸੀ ਉਦਣ ਨੂੰ ਬੁਲਾ ਲੈਂਦਾ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਵਿਛੋੜਾ। 4 ਦੁੱਖ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਇੱਕ ਵਿਛੋੜੇ ਦਾ ਦੁੱਖ ਸੀ ਜਿੱਦਣ ਰੱਬ ਤੋਂ ਟੁੱਟ ਕੇ ਆ ਗਏ। ਦੂਜਾ ਵਿਛੋੜਾ ਭੁੱਖ, ਭੁੱਖ ਦਾ ਦੁੱਖ ਦੂਜਾ ਵੀ ਸਾਰੀ ਜ਼ਿੰਦਗੀ ਬੰਦੇ ਦੀ ਨਹੀਂ ਨਿਕਲਦੀ। ਇਹ ਸੱਚ ਹੈ। ਮੈਂ ਆਪਣੀ ਗੱਲ ਕਰਦਾ ਵੀ ਬੰਦਾ ਗਾਂਹ ਹੀ ਵੱਧਦਾ ਜਾਂਦਾ। ਵੀ ਜਦੋਂ ਤੁਰ ਕੇ ਸੀ ਕਹਿੰਦਾ ਸਾਈਕਲ ਮਿਲ ਜੇ, ਸਾਈਕਲ ਤੇ ਚੜਿਆ ਕਹਿੰਦਾ ਮੋਟਰਸਾਈਕਲ ਤੇ, ਗੱਡੀ ਤੇ, ਗੱਡੀ ਤੋਂ
ਹੋਰ ਵੱਡੀ ਗੱਡੀ ਜਹਾਜ਼ ਤੇ, ਜਿੱਤੇ ਜਹਾਜ਼ ਵੀ ਝੂਟ ਲਿਆਉਣ ਤਾਂ ਹੋਰ ਕੁਛ ਨਹੀਂ ਰਹਿ ਗਿਆ ਅੱਗੇ। ਅਜੇ ਵੀ ਕਹਿੰਦੇ ਭੁੱਖ ਨਹੀਂ ਗਈ, ਆਖੋ ਸਤਿਨਾਮ। ਪਹਿਲਾ ਦੁੱਖ ਵਿਛੋੜਾ, ਦੂਜਾ ਦੁੱਖ ਭੁੱਖ, ਤੇ ਤੀਜਾ ਦੁੱਖ ਸਭ ਤੋਂ ਮਾੜਾ ਮੌਤ ਦਾ। ਇਹ ਸਾਰਿਆਂ ਨੂੰ ਦਿਨੇ ਰਾਤ ਸਤਾਉਂਦਾ। ਤਾਂ ਹੀ ਤਾਂ ਕਹਿੰਦੇ ਬਾਬਾ ਜੀ ਇੱਦਾਂ ਨਾ ਕਿਆ ਕਰੋ, ਡਰ ਲੱਗਦਾ। ਮਾਰੇ ਕਹਿੰਦੇ ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ। ਚੌਥਾ ਦੁੱਖ ਬਿਮਾਰੀਆਂ ਦਾ, ਜਿਹੜਾ ਹਸਪਤਾਲਾਂ 'ਚ ਸਾਰੀ ਜ਼ਿੰਦਗੀ ਰੋਲ ਦਿੰਦਾ। ਇਹ ਚਾਰ ਦੁੱਖ ਵੱਡੇ ਗੁਰਬਾਣੀ ਨੇ ਮੰਨੇ। ਅੱਜ ਵਿਛੋੜੇ ਦਾ ਦੁੱਖ ਮਾਂ ਨੂੰ ਲੱਗਾ ਹੈ। ਔਰ ਕਹਿੰਦੇ ਹਨ ਕਿ ਇਸ ਤਰ੍ਹਾਂ ਮਾਂ ਅੱਖਾਂ ਦੇ ਵਿੱਚੋਂ ਜਲ ਰੋੜ ਰਹੀ ਹੈ, ਜਿਸ ਤਰ੍ਹਾਂ ਕਿਤੇ ਸਵਾਸ ਨਿਕਲ ਜਾਂਦੇ ਨਾ ਕਿਸੇ ਦੇ, ਤੇ ਇੰਨਾ ਦੁੱਖ ਜ਼ਿਆਦਾ ਮਹਿਸੂਸ ਕੀਤਾ ਹੈ। ਔਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਕਿਸੇ ਨੂੰ ਆਪਣੀ ਮੌਤ ਦਿਸੀ ਹੋਵੇ, ਆਪਣੀ ਮੌਤ ਸਾਹਮਣੇ ਨਜ਼ਰ ਆਵੇ, ਪ੍ਰਾਣ ਨਿਕਲਦੇ ਦਿਸਣ, ਤੇ ਉਹ ਬੰਦਾ ਧਾਹਾਂ ਮਾਰਦਾ ਰੋਂਦਾ ਹੈ। ਇਸ ਤਰ੍ਹਾਂ ਮਾਂ ਇੰਨਾ ਕੁ ਨਾਨਕ ਨੂੰ ਪਿਆਰ ਕਰਦੀ ਸੀ। ਕਵੀ ਰਾਜ ਕਹਿੰਦੇ ਹਨ, ਭਾਈ ਬਾਲਾ ਜੀ ਸੁਣਾ ਰਹੇ ਕਥਾ, ਗੁਰੂ ਅੰਗਦ ਸਾਹਿਬ ਸੁਣ ਰਹੇ, ਕਹਿੰਦੇ ਸਤਿਗੁਰੂ ਜਦੋਂ ਮੇਰਾ ਨਾਨਕ ਤੁਰਨ ਲੱਗਾ ਤਲਵੰਡੀ ਚੋਂ, ਤੇ ਮਾਂ ਇੱਦਾਂ ਮਹਿਸੂਸ ਕੀਤਾ ਜਿਵੇਂ ਪ੍ਰਾਣ ਹੀ ਨਿਕਲ ਚੱਲੇ ਹੈ, ਜਿਵੇਂ ਕੋਈ ਅੰਦਰੋਂ ਜਾਨ ਹੀ ਕੱਢ ਕੇ ਲੈ ਤੁਰਿਆ ਹੈ। ਕਹਿਣ ਲੱਗੇ ਉਸ ਵੇਲੇ ਮਾਂ ਨੇ ਕਿਹਾ, ਨਾਨਕ। ਮਹਾਰਾਜ ਕਹਿੰਦੇ ਮਾਂ ਰੋਂਦੀ ਕਿਉਂ ਹੈ? ਕਹਿੰਦੀ ਨਾਨਕ ਮੈਂ ਤੇਰੇ ਬਿਨਾ ਨਹੀਂ ਜੀ ਸਕਦੀ, ਆਖੋ ਸਤਿਨਾਮ। ਤੇਰੇ ਬਿਨਾ ਘੜੀ ਵੀ ਮੈਨੂੰ ਜੀਣਾ ਔਖਾ ਹੈ। ਔਰ ਕਹਿਣ ਲੱਗੀ ਮੇਰਾ ਦਿਲ ਕਰਦਾ ਹੈ ਤੂੰ ਮੇਰੀਆਂ ਅੱਖਾਂ ਤੋਂ ਪਾਸੇ ਹੋਵੇਂ ਤੇ ਮੈਂ ਜ਼ਹਿਰ ਦਾ ਪਿਆਲਾ ਪੀ ਜਾ, ਆਖੋ ਸਤਿਨਾਮ। ਕਹਿੰਦੇ ਇਕਣਾ ਦੇ ਕਰ ਪੁੱਤ ਉਹਨਾਂ ਦੇ, ਇਕਣਾ ਦੇ ਕਰ ਧੀਆਂ ਉਹਨਾਂ ਦੇ, ਇਕਣਾ ਦਾ ਇੱਕੋ ਇੱਕ, ਤੇ ਉਹ ਵੀ ਜਾਏ ਮਰ, ਕੌਣ ਆਖੇ ਇੰਜ ਨੀ। ਇਸ ਕਰਕੇ ਸਾਧ ਸੰਗਤ ਜੀ, ਮਾਂ ਬੜਾ ਵੱਡਾ ਦਰਜਾ। ਅੱਜ ਮਾਂ ਤ੍ਰਿਪਤਾ, ਰੱਬ ਦੀ ਮਾਂ, ਫਿਰ ਵੀ ਕਿੰਨਾ ਪਿਆਰ ਹੈ ਸੰਗਤ ਜੀ। ਗੁਰਬਾਣੀ ਕਹਿੰਦੀ ਆਖਾਂ ਜੀਵਾਂ, ਇਹ ਗੁਰਬਾਣੀ ਨੂੰ ਵੀ ਜਿਹੜੇ ਪਿਆਰ ਕਰਦੇ, ਐਵੇਂ ਥੋੜਾ ਖੋਪਰੀਆਂ ਲਵਾਤੀਆਂ, ਬੰਦ ਬੰਦ ਘਟਾਤੇ, ਚਰਖੀ ਤੇ ਚੜ ਗਏ, ਗੁਰੂ ਨਹੀਂ ਛੱਡਿਆ। ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਸ਼ਹੀਦ ਹੋਏ ਪਏ ਆ, ਤੇ ਮਹਾਰਾਜ ਜੀ ਪੋਥੀ ਨਹੀਂ ਛੱਡੀ, ਨਿਤਨੇਮ ਕਰਦੇ ਰਹੇ। ਤੇ ਭਾਈ ਮਾਨ ਸਿੰਘ ਮਾਛੀਵਾੜੇ ਕਹਿੰਦਾ ਬਾਪੂ ਅੱਜ ਤੇ ਨਿਤਨੇਮ ਰਹਿਣ ਦੇ, ਅੱਗੇ ਤੇ ਨਿਤਨੇਮ ਕਰਦਾ ਸੀ, ਘੇਰੇ ਪਏ ਸੀ, ਲੋੜਾਂ ਸੀ, ਹੁਣ ਤੇ ਤੇਰਾ ਰਿਹਾ ਹੀ ਕੱਖ ਨਹੀਂ। ਹੁਣ ਤਾਂ ਦੀਵੇ ਵੀ ਚਾਰੇ ਬੁਝ ਗਏ, ਆਨੰਦਪੁਰ ਵੀ ਛੁੱਟ ਗਿਆ, ਹੁਣ ਤੇ ਕੱਖਾਂ ਤੋਂ ਹੌਲੇ ਐ। ਅੱਜ ਵੀ ਕਹਿੰਦਾ ਦਇਆ ਸਿਆਂ ਨਿਤਨੇਮ ਸੁਣਾ ਦੇ। ਓਏ ਕੀ ਐ ਇਸ ਨਿਤਨੇਮ ਦੇ ਵਿੱਚ? ਲੋਕਾਂ ਦਾ ਤਾਂ ਇੱਕ ਕੰਮ ਨਾ ਹੋਵੇ ਤੇ ਮੱਥਾ ਟੇਕਣ ਹਟ ਜਾਂਦੇ ਹੈ, ਤੇ ਤੇਰਾ ਇੰਨਾ ਘਾਟਾ ਪੈ ਗਿਆ ਤਾਂ ਵੀ ਬਾਣੀ ਕਿੰਨਾ ਸੁਣਾਉਂਦੇ। ਬਾਣੀ 'ਚ ਕੀ ਹੈ? ਮੇਰੇ ਬਾਪੂ ਨੇ ਗੁਲਾਬੇ ਦੇ ਖੂਹ ਤੇ ਬਹਿ ਕੇ ਆਖਿਆ, ਦਇਆ ਸਿਆਂ ਸੱਚ ਜਾਣੇ, ਤੇ ਜੇ ਮੈਂ ਇੱਥੋਂ ਤੱਕ ਪਹੁੰਚਾਂ ਤੇ ਗੁਰਬਾਣੀ ਦਾ ਸਦਕਾ। ਮੈਨੂੰ ਨਹੀਂ ਪਤਾ, ਆਪਾਂ ਸਾਰੇ ਦੁਖੀ ਆ, ਤੁਹਾਡੇ 'ਚ ਕਈ ਹੋਣਗੇ ਜਿਨ੍ਹਾਂ ਨੂੰ ਇੱਦਾਂ ਦੀਆਂ ਸੱਟਾਂ ਵੱਜੀਆਂ ਜ਼ਿੰਦਗੀ 'ਚ। ਜੇ ਗੁਰੂ ਦੀ ਬਾਣੀ ਗੁਰਦੁਆਰਾ ਨਾ ਹੁੰਦਾ ਤੇ ਉਹਨੂੰ ਭੋਗ ਪਏ ਹੁੰਦੇ। ਇਹ ਸੱਚ ਜੇ ਕਿ ਨਹੀਂ? ਸੱਚ ਹੈ। ਕਦੇ ਇਕੱਲੇ ਬਹਿ ਕੇ ਵੇਖਿਓ, ਜੇ ਗੁਰੂ ਸਾਹਿਬ ਮਹਾਂਪੁਰਖ ਪੜ੍ਹਦੇ ਹੁੰਦੇ ਸੀ ਧਾਰਨਾ, ਜੇ ਤੂੰ ਨਾ ਫੜਦਾ ਸਾਡੀ ਬਾਂਹ, ਅਸੀਂ ਰੁੱਲ ਜਾਣਾ ਸੀ। ਔਰ ਇਹ ਸੱਚਾਈ ਵੀ ਬੰਦੇ ਦੀ ਜ਼ਿੰਦਗੀ ਵਿੱਚ ਇੱਦਾਂ ਦੀਆਂ ਗਲਤੀਆਂ ਹੋ ਜਾਂਦੀਆਂ। ਕਈ ਵਾਰੀ ਬੰਦਾ ਕਹਿੰਦਾ ਵੀ ਹੁਣ ਇਹਦਾ ਹੱਲ ਮੌਤ ਹੀ ਆ, ਵੀ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ। ਇਸ ਤਰ੍ਹਾਂ ਕਰਕੇ ਮਹਾਰਾਜ ਸਾਹਿਬ ਕਿਰਪਾ ਕਰਦੇ। ਸਤਿਗੁਰੂ ਇੱਦਾਂ ਦੇ ਦਿਨ ਸਾਡੇ 'ਤੇ ਵੀ ਆਏ ਸੀ, ਪਰ ਤੇਰੀ ਕਿਰਪਾ ਸੀ, ਤੂੰ ਮਿਲ ਗਿਆ ਕਰਕੇ ਅੱਜ ਫੇਰ ਦੋਹਰੇ ਜ਼ਿੰਦਗੀ ਰੰਗ ਲੈ ਆਈ। ਇੱਕ ਦਿਨ ਖਤਮ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿਆਂ ਕਦੇ ਗੁਰਬਾਣੀ ਨਾ ਛੱਡਿਓ, ਕਿਉਂਕਿ ਜਿਨ੍ਹਾਂ ਨੇ ਗੁਰਬਾਣੀ ਛੱਡਤੀ ਉਹ ਸਰੀਰ ਛੱਡ ਜਾਂਦੇ ਹੈ। ਤੇ ਸਾਧ ਸੰਗਤ ਜੀ, ਇਹ ਗੁਰਬਾਣੀ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਹਨ। ਆਪਾਂ ਦਰਸ਼ਨ ਕਰਨੇ ਗੁਰੂ ਹਰਿ ਸਾਹਿਬ ਦੇ ਅੰਤਮ ਸੰਸਕਾਰ ਦੇ। ਸਮਾਂ ਆਪਣੇ ਕੋ ਹੈਗਾ। ਮਹਾਰਾਜ ਜਦੋਂ ਕੀਰਤਪੁਰ ਸਾਹਿਬ ਜਾਣਾ ਸਰੀਰ ਛੱਡ ਕੇ, ਬੜਾ ਪਿਆਰਾ ਪ੍ਰਸੰਗ ਹੈ।
ਇਸ ਕਰਕੇ ਮੇਰੀ ਪਹਿਲੀ ਜੋਤ ਅੱਜ ਤੁਰ ਰਹੀ ਹੈ ਤੇ ਮਾਂ ਕਹਿੰਦੀ ਮੇਰਾ ਦਿਲ ਕਰਦਾ ਤੂੰ ਦਿਸੇ ਨਾ ਮੈਂ ਜ਼ਹਿਰ ਦਾ ਪਿਆਲਾ ਪੀ ਜਾਵਾਂ। ਕਿਆ ਮੈਂ ਨਿਹਾਰੋ ਸੋ ਪਾਸ਼ਾ ਇਕਾਕੀ। ਕਹਿਣ ਲੱਗੀ ਮੈਨੂੰ ਨਾਨਕ ਇੱਕ ਗੱਲ ਦੱਸ, ਜਦੋਂ ਮੈਨੂੰ ਤੇਰੇ ਨਾਲ ਪਿਆਰ ਜਾਗੂਗਾ ਤੇ ਮੈਂ ਕਿਹਨੂੰ ਨਿਹਾਰੂੰਗੀ। ਨਿਹਾਰੂ ਸ਼ਬਦ ਮੈਨੇ ਹੁੰਦਾ ਵੀ ਕਦੀ ਮੱਥਾ ਚੁੰਮਣਾ, ਸਿਰ ਤੇ ਹੱਥ ਫੇਰਨਾ, ਦਬਕੇ ਮਾਰ ਲੈਣੇ। ਵੇ ਕਿੱਥੇ ਸੀ, ਵੇ ਕਿੱਧਰ ਸੀ। ਮਾਵਾਂ ਨੂੰ ਇਸ ਗੱਲ ਦਾ ਜ਼ਿਆਦਾ ਗਿਆਨ ਹੈ ਬੱਚਿਆਂ ਨੂੰ, ਕਿਉਂਕਿ ਅੱਜ ਵੀ ਜਿਨ੍ਹਾਂ ਦੇ ਬਾਹਰ ਗਏ ਤੇ ਕਈ ਵਾਰੀ ਆਪਣੇ ਸੂਟ ਕੇਸ ਦੇ ਵਿੱਚ ਕੱਪੜੇ ਵੇਂਦੀਆਂ ਹੀ ਰੋਣ ਲੱਗ ਪੈਂਦੀਆਂ। ਇਹ ਦੌਲਤਾਂ ਇੱਦਾਂ ਦੀਆਂ ਸਾਧ ਸੰਗਤ ਜੀ ਹੈ, ਮੋਹ ਹੀ ਆ। ਗੁਰੂ ਅਮਰਦਾਸ ਜੀ ਕਹਿੰਦੇ ਆਏ ਤੇ ਇਕੱਲੇ ਹੀ ਆ ਸਾਰੇ। ਜੇ ਇੱਕ ਮਹਾਂਪੁਰਖ ਕਹਿੰਦੇ ਆਪਾਂ ਕਰੀਏ ਕਿਸੇ ਨੂੰ ਪਿਆਰ ਹੀ ਨਾ ਕਰੋ ਕੁਝ, ਉਹ ਕਹਿੰਦੇ ਕਰਨਾ ਚਾਹੀਦਾ। ਕਿਉਂਕਿ ਗੁਰੂ ਅਮਰਦਾਸ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ। ਜੇ ਰੱਬ ਨੇ ਆਪਣੇ 'ਚ ਮੋਹ ਨਾ ਪਾਇਆ ਹੁੰਦਾ ਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਨਾ ਪਾਲਦੇ। ਹਜੇ ਆਪਾਂ ਤਾਂ ਚਲੋ ਕਮਾਈ ਖਾਣੀ ਬੱਚਿਆਂ ਦੀ, ਸੁੱਖ ਵੇਖਣੇ। ਮੱਝ ਨੇ ਕੱਟੇ ਦਾ ਕੀ ਵੇਖਣਾ, ਉਹਨੂੰ ਮਾੜਾ ਜਿਹਾ ਪਾਸੇ ਕਰੋ ਕਿੱਲਾ ਪਟਾ ਦਿੰਦੀ ਹੈ, ਇੱਕ ਮੋਹ ਹੀ ਹੈ। ਇੱਕ ਚਿੜੀ ਵਿਚਾਰੀ ਜਾਂਦੀ ਹੈ, ਚੁੰਝ ਭਰ ਲਿਆਉਂਦੀ, ਉਹਨਾਂ ਦੇ ਮੂੰਹ 'ਚ ਪਾਉਂਦੀ ਆਲਣੇ 'ਚ, ਕਿਤੇ ਬੱਚਾ ਥੱਲੇ ਡਿੱਗ ਪਏ ਤੇ ਚੀਕਾਂ ਮਾਰਦੀ ਰੌਲਾ, ਉਹਨੇ ਕਿਤੇ ਕਮਾਈ ਖਾਣੀ ਹੈ। ਬਸ ਇੱਕ ਗੁਰੂ ਅਮਰਦਾਸ ਕਹਿੰਦੇ ਮੋਹ ਹੈ। ਜੇ ਮੋਹ ਨਾ ਹੁੰਦਾ ਤੇ ਦੁਨੀਆ 'ਚ ਰਿਸ਼ਤੇ ਨਾ ਹੁੰਦੇ। ਆਖੋ ਸਤਿਨਾਮ। ਜੇ ਮੋਹ ਨਾ ਹੁੰਦਾ ਤੇ ਅੱਜ ਪਰਿਵਾਰ ਨਾ ਹੁੰਦੇ। ਗੁਰੂ ਅਮਰਦਾਸ ਜੀ ਕਹਿੰਦੇ ਕੁਰਬਾਨ ਜਾਵਾਂ ਵਾਹਿਗੁਰੂ ਤੂੰ ਸਾਡੇ 'ਚ ਮੋਹ ਪਾਇਆ। ਜੇ ਮੋਹ ਨਾ ਹੁੰਦਾ ਥੋੜਾ ਬਹੁਤ ਤੇ ਫਿਰ ਕਿਤੇ ਆਪਾਂ ਇੱਕ ਦੂਜੇ ਨੂੰ ਬੁਲਾਉਣਾ ਸੀ। ਮੋਹ ਤੋਂ ਦੂਜੀ ਸਟੇਜ ਹੈ ਪ੍ਰੇਮ। ਪ੍ਰੇਮ ਦੇ ਤੇ ਮੋਹ ਦੇ ਅਰਥ ਹੋਰ ਨੇ। ਮੋਹ ਹੋਰ ਚੀਜ਼ ਹੈ, ਪ੍ਰੇਮ ਹੋਰ ਹੈ। ਮੋਹ ਦੇ ਵਿੱਚ ਸਿਰਫ ਲੈਣਾ ਹੀ ਹੁੰਦਾ, ਜਦੋਂ ਕੋਈ ਦਵੇ ਨਾ ਮੋਹ ਘਟ ਜਾਂਦਾ। ਪ੍ਰੇਮ ਦੇ ਵਿੱਚ ਦੇਣਾ ਹੀ ਹੁੰਦਾ, ਦੇਣਾ ਹੀ। ਗੁਰੂ ਸਾਹਿਬ ਸਾਨੂੰ ਪਿਆਰ ਕਰਦੇ ਸੀ ਤਾਂ ਹੀ ਤਾਂ ਪੁੱਤ ਵੀ ਦੇ ਗਿਆ। ਆਖੋ ਸਤਿਨਾਮ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀ ਕਹਿੰਦੇ ਜਦੋਂ ਤੇਰੀ ਯਾਦ ਆਵੇਗੀ ਰਾਤ ਨੂੰ ਦਿਨੇ ਮੈਂ ਕਿਹਨੂੰ ਪਿਆਰ ਕਰਾਂਗੀ। ਕਹਿਣ ਲੱਗੀ ਇੱਕੋ ਇੱਕ ਤੇ ਹੈ, ਕਿਹੜਾ 25-30 ਹੈ। ਇੱਕ ਸੀ ਆ ਜੋ ਵੀ ਤੁਰ ਚੱਲਿਆ ਹੈ। ਕਰੀ ਬੰਦਨਾ ਮਾਤ ਕੋ ਰੋਤ ਛੋਰੀ। ਕਹਿਣ ਲੱਗੇ ਮਾਂ ਜੀ ਰੋਈ ਜਾ ਰਹੇ ਨੇ ਤੇ ਨਾਨਕ ਜੀ ਨੇ ਫਿਰ ਆਪਣੀ ਮਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਪਿਤਾ ਕੋ ਨਮੋ ਕੀਨ ਦੋ ਹਾਥ ਜੋਰੀ। ਸਾਧ ਸੰਗਤ ਮੇਰੇ ਰੱਬ 'ਚ ਕਿੱਦਾਂ ਦਾ ਸੁਭਾਅ ਸੀ। ਕਹਿ ਦਿਓ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ। ਪਹਿਲਾਂ ਮਾਂ ਦੇ ਪੈਰੀਂ ਹੱਥ ਲਾਇਆ ਤੇ ਫਿਰ ਬਾਪੂ ਦੇ। ਹਾਲਾਂਕਿ ਬਾਪੂ ਤਾਂ ਕਹਿੰਦਾ ਸੀ ਵੀ ਮੇਰੇ ਘਰੋਂ ਨਿਕਲ ਜਾ, ਮੈਂ ਤੈਨੂੰ ਅੱਡ ਕਰ ਦੇਣਾ। ਕਿੰਨਾ ਕੁਝ ਬੋਲਿਆ। ਇਹਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਜਰ, ਆਪਣੇ ਆਪ ਨੂੰ ਜਰਨਾ ਸਿੱਖ ਲਾ, ਤੇਰੀ ਜ਼ਿੰਦਗੀ ਸਵਰਗ ਬਣ ਜਾਊ। ਸੱਚੀ ਸੰਗਤ ਜੀ ਕਥਾ ਸੁਣੀ ਨਾ ਮੇਰੀਓ ਭੈਣੋ ਵੀਰੋ, ਆਪਾਂ ਗ੍ਰਸਤੀ ਆ, ਕੋਸ਼ਿਸ਼ ਕਰੋ ਘਰ ਦੇ ਵਿੱਚ ਵੱਡੇ ਬੋਲਦੇ ਆ ਤੇ ਉਹਨੂੰ ਜਰ ਲਓ। ਜਿੰਨਾ ਜਰ ਲਓਗੇ ਓਨਾ ਹੀ ਜ਼ਿੰਦਗੀ 'ਚ ਰਸ ਭਰ ਜਾਂਦਾ। ਆਖੋ ਸਤਿਨਾਮ। ਤੋ ਗੁਰੂ ਨਾਨਕ ਸਾਹਿਬ ਜੀ ਖੁਦ ਰੱਬ ਸੀ ਪਰ ਸਾਨੂੰ ਮਾਤਾ ਪਿਤਾ ਦਾ ਸਤਿਕਾਰ ਕਰਨਾ ਦੱਸ ਗਏ। ਮਾਤਾ ਪਿਤਾ ਦਾ ਸਤਿਕਾਰ ਕਰਨਾ, ਕਿਉਂਕਿ ਰੱਬ ਨੂੰ ਵੈਸੇ ਲੋੜ ਨਹੀਂ ਕਿਸੇ ਦੇ ਪੈਰੀਂ ਹੱਥ ਲਾਉਣ ਦੀ, ਪਰ ਕੁਝ ਸਿਖਾਉਣ ਆਏ ਸੀ। ਉਹਨਾਂ ਨੇ ਆਪਣੇ ਪਿਤਾ ਜੀ ਭਾਵੇਂ ਗਾਲੀਂ ਕੱਢਦੇ ਆ, ਥੱਪੜ ਮਾਰਦੇ ਆ, ਰੌਲਾ ਪਾਉਂਦੇ, ਅੱਜ ਅੱਡ ਕਰਨ ਲੱਗੇ ਆ, ਪਰ ਇੰਨਾ ਕੁਝ ਕਰਦਿਆਂ ਵੀ ਗੁੱਸਾ ਨਹੀਂ। ਕੋਈ ਸਾਡਾ ਸੱਜਣ ਸੀ, ਮੈਂ ਕਹਿ ਦਿੰਦਾ ਸਾਫ਼, ਵੀ ਉਹ ਬਾਣੀ ਬੜੀ ਪੜ੍ਹਦਾ, ਨੇੜੇ ਬੜਾ ਸੀ ਤੇ ਆਪਣੀ ਮਾਂ ਮਰ ਗਈ ਤੇ ਮਾਂ ਦੇ ਭੋਗ ਤੇ ਨਹੀਂ ਗਿਆ। ਹਾਂਜੀ, ਜਦੋਂ ਪੁੱਛਿਆ ਵੀ ਭਾਈ ਤੂੰ ਗਿਆ ਨਹੀਂ ਹੈ, ਕਹਿਣ ਲੱਗੇ ਮੇਰੇ ਲਈ ਤੇ ਉਦੋਂ ਹੀ ਮਰ ਗਏ ਸੀ ਜਦੋਂ ਮੈਨੂੰ ਘਰ 'ਚੋਂ ਦਿੱਤਾ ਕੁਝ ਨਹੀਂ। ਇਹ ਸ਼ਬਦ ਅੱਜ ਵੀ ਆਪਣੇ ਕੋਲ ਹੈਗੇ ਆ, ਕਿਉਂਕਿ ਗਿਲਾ ਸ਼ਿਕਵਾ ਚੱਲਦਾ ਏ। ਪਰ ਗੁਰਬਾਣੀ ਕਹਿੰਦੀ ਨਹੀਂ, ਇੱਕ ਪੱਥਰੀ 5 mm ਦੀ ਹੋ ਜੇ ਤੇ ਨੀਂਦ ਨਹੀਂ ਆਉਂਦੀ, ਫਿਰ ਵੀ 9 ਮਹੀਨੇ ਤੇਰੀ ਮਾਂ ਨੇ ਤੈਨੂੰ ਪੇਟ 'ਚ ਰੱਖਿਆ। ਕਮਲਿਆ ਦੁਨਿਆਵੀ ਚੀਜ਼ਾਂ ਨਹੀਂ ਦੇ ਸਕੀ, ਦੁਨੀਆ ਤੇ ਦਿਖਾਈ ਹੈ। ਇਦੋਂ ਵੱਡਾ ਕਰਜ਼ ਕੋਈ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਜੇ ਵੱਡੇ ਕੁਝ ਕਹਿ ਵੀ ਲੈਣ ਨਾ, ਉਹਨਾਂ ਦਾ ਗੁੱਸਾ ਨਾ ਕਰਿਆ ਕਰੋ, ਮੁੜ ਕੇ ਤਰਸੋਂਗੇ ਚਲੇ ਗਏ। ਤੋ ਇਸ ਕਰਕੇ ਕਈ ਥਾਵਾਂ ਤੇ ਵੇਖੀਦਾ ਵੀ ਰਿਸ਼ਤੇਦਾਰ ਟੁੱਟੇ ਹੁੰਦੇ ਹੈ ਤੇ ਸਾਰੀ ਜ਼ਿੰਦਗੀ ਤਰਲੇ ਲੈਂਦੀ ਮਾਂ ਪਿਓ ਵੀ ਆ ਜਿਓ, ਮਿਲ ਜਿਓ, ਮਿਲ ਜਿਓ, ਨਹੀਂ ਆਉਂਦੇ
ਤੇ ਜਿੱਦਣ ਮਰ ਜਾਂਦੇ ਉਦੋਂ ਲੋਈ ਲੈ ਕੇ ਆ ਵੀ ਜਾਂਦੇ। ਤੇ ਫਿਰ ਆਏ ਤੇ ਕੀ ਆਏ? ਇਹ ਕਥਾ ਗੁਰੂ ਸਾਹਿਬ ਤਾਂ ਹੀ ਦੇ ਗਏ ਸਾਨੂੰ ਵੀ ਸੁਣੋ ਤੇ ਕਿਸੇ ਦਾ ਭਲਾ ਹੋ ਜੂ। ਹੋ ਸਕਦਾ ਕਥਾ ਸੁਣ ਕੇ ਕੋਈ ਟੁੱਟਾ ਹੋਇਆ ਅੱਜ ਹੀ ਸ਼ਾਮਾਂ ਨੂੰ ਫੋਨ ਕਰਕੇ ਕਵੇ ਬਾਪੂ ਠੀਕ ਆ, ਹੋ ਜਾਂਦਾ ਜ਼ਿੰਦਗੀ ਦੇ ਵਿੱਚ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਰਤ ਰਹੀ। ਮਹਾਰਾਜ ਜੀ ਕਹਿੰਦੇ ਬਾਪੂ ਪੈਰੀ ਪੈਣਾ ਏ, ਤੇ ਫਿਰ ਵੀ ਪਿਓ ਸੀ ਨਾ। ਮਹਿਤਾ ਕਲਿਆਣ ਦਾਸ ਜੀ ਨੂੰ ਵੀ ਖਿੱਚ ਜੀ ਪਈ, ਕਹਿੰਦੇ ਚੰਗਾ ਫਿਰ ਬਾਪੂ ਹੁਣ ਚੱਲਦੇ ਆਂ। ਔਰ ਇਹ ਸੱਚ ਜੀ, ਨਿਮਰਤਾ ਏਡੀ ਵੱਡੀ ਤਾਕਤ ਹੈ ਵੀ ਦੁਸ਼ਮਣ ਨੂੰ ਵੀ ਤੁਸੀਂ ਨਿਮਰਤਾ ਨਾਲ ਬੁਲਾ ਲਓ ਨਾ ਕਿ ਭਾਈ ਸਾਹਿਬ ਚਲੋ ਮੇਰੇ ਤੋਂ ਗਲਤੀ ਹੋ ਗਈ, ਮੈਂ ਕਹਿੰਦਾ ਸਾਰੀ ਰਾਤ ਸੌਂ ਗਿਆ ਤੇ ਕਹਿ ਦੀ ਬਾਬਾ ਝੂਠ ਮਾਰਦਾ। ਸਭ ਤੋਂ ਵੱਡਾ ਪ੍ਰੇਮ ਦਾ ਤੀਰ ਹੈ ਕਿਸੇ ਦੇ ਲੱਤ ਭੰਨ ਦਿਓ, ਕਿਸੇ ਦੇ ਸਿਰ 'ਚ ਕੁਹਾੜਾ ਮਾਰ ਦਿਓ, ਇੰਨਾ ਅਸਰ ਨਹੀਂ ਹੋਊਗਾ ਜਿੰਨਾ ਨਿਮਰਤਾ 'ਚ ਤੁਹਾਨੂੰ ਕੋਈ ਮੰਦਾ ਕਹਿੰਦਾ ਨਾ, ਹੱਥ ਜੋੜ ਕੇ ਕਹਿ ਦਿਓ ਜੀ ਮੈਨੂੰ ਮਾਫ ਕਰਿਓ, ਹੁਣ ਮੈਂ ਚੱਲਿਆ ਇੱਥੋਂ ਤੇ ਮੇਰੀਆਂ ਭੁੱਲਾਂ ਝੋਲੀ 'ਚ ਪਾ ਦਿਓ। ਦੁਸ਼ਮਣ ਵੀ ਰਾਤ ਨੂੰ ਸੌਂ ਨਹੀਂ ਸਕਦਾ। ਐਡੇ ਵੱਡੇ ਹੁਣ ਗੁਰੂ ਗੋਬਿੰਦ ਸਿੰਘ ਨੇ ਕੀ ਲਿਖਿਆ ਸੀ? ਜਿਹੜਾ ਔਰੰਗਜ਼ੇਬ ਤੋਪਾਂ ਤੀਰਾਂ ਤਲਵਾਰਾਂ ਗੋਲੀਆਂ ਤੋਂ ਨਹੀਂ ਮਰਦਾ, ਇੰਨੀ ਸਿਕਿਉਰਿਟੀ ਸੀ ਉਹਦੀ ਮੌਤ ਦਾ ਕਾਰਨ ਕੀ ਬਣਿਆ? ਗੁਰੂ ਗੋਬਿੰਦ ਸਿੰਘ ਦੇ ਪਿਆਰ ਦੇ ਸ਼ਬਦ। ਮਹਾਰਾਜ ਨੇ ਜ਼ਫਰਨਾਮੇ 'ਚ ਕੀ ਲਿਖਿਆ? ਮਾਰੇ ਕਹਿੰਦੇ ਨਾ ਬਾਜੋ ਨਾ ਤਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦੇ ਐਸ਼ ਫਰਸ਼। ਔਰੰਗਜ਼ੇਬ ਕੀ ਹੋਇਆ? ਅੱਜ ਮੇਰੇ ਕੋ ਮੇਰੇ ਪੁੱਤ ਨਹੀਂ, ਮੇਰੇ ਕੋ ਮੇਰੀ ਮਾਂ ਨਹੀਂ, ਪਿਓ ਨਹੀਂ, ਘਰ ਬਾਹਰ ਨਹੀਂ। ਅੱਜ ਮੈਂ ਜ਼ਮੀਨ ਦੇ ਉੱਤੇ ਲੇਟਿਆ ਮਾਛੀ ਵਾਲੇ ਕੰਡਿਆਂ ਦੀ ਸੇਜ ਤੇ। ਪਰ ਔਰੰਗਜ਼ੇਬ ਕੀਤੀ ਤੂੰ ਚੰਗੀ ਨਹੀਂ ਵੈਸੇ। ਮੇਰੇ 40 ਸਿੱਖਾਂ ਨੂੰ ਮਾਰਨ ਵਾਸਤੇ 10 ਲੱਖ, ਤੈਨੂੰ ਸ਼ਰਮ ਨਾ ਆਈ? ਤੂੰ 80 ਭੇਜ ਦਿੰਦਾ, 10,000 ਭੇਜ ਦਿੰਦਾ, ਲੱਖ ਭੇਜ ਦਿੰਦਾ, 2 ਲੱਖ ਬੰਦੇ 40 ਤੇ 40 ਨੂੰ ਮਾਰਨ ਵਾਸਤੇ 10 ਲੱਖ ਬੰਦਾ। ਆਹ ਬੋਲ ਹੀ ਪੜੇ ਸੀ ਉਹਨੇ ਜ਼ਫਰਨਾਮੇ 'ਚ, ਬਸ ਇੰਨੀ ਕੁ ਦਿਲ ਤੇ ਲਾ ਗਿਆ ਵੀ ਮੁੜ ਕੇ ਉੱਠਿਆ ਨਹੀਂ। ਤੇ ਗੁਰਬਾਣੀ 'ਚ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਜਿੱਥੇ ਗੋਲੀ ਤੀਰ ਅਸਰ ਨਹੀਂ ਕਰਦਾ, ਗੁਰਬਾਣੀ ਦਾ ਸ਼ਬਦ ਵੱਜ ਗਿਆ, ਸੀਨੇ ਵਿੰਨੇ ਗਏ। ਸੱਜਣ ਠੱਗ ਕਿੰਨਿਆਂ ਕੁ ਬੰਦਿਆਂ ਨੂੰ ਮਾਰ ਚੁੱਕਾ ਸੀ, ਰਾਤ ਨੂੰ ਖੰਜਰ ਮਾਰ ਦਿੰਦਾ ਸੀ ਢਿੱਡ 'ਚ। ਜਿੱਦਣ ਮੇਰਾ ਨਾਨਕ ਉਹਦੇ ਵਿਹੜੇ 'ਚ ਸ਼ਬਦ ਦੇ ਤੀਰ ਲੈ ਕੇ ਗਿਆ, ਉਹਦੇ ਹੱਥੋਂ ਕੁਹਾੜੀਆਂ ਡਿੱਗ ਪਈਆਂ, ਕੌਡੇ ਵਰਗਿਆਂ ਦੇ ਕੜਾਏ ਠੰਡੇ ਕਰ ਦਿੱਤੇ ਮੇਰੇ ਨਾਨਕ ਨੇ। ਇਸ ਕਰਕੇ ਅੱਜ ਬਾਪੂ ਜੀ ਨੂੰ ਕਹਿੰਦੇ ਬਾਪੂ ਚੰਗਾ ਫਿਰ ਮੈਂ ਚੱਲਦਾ ਹਾਂ। ਕੋ ਮਿਲੇ ਜੋ ਤੇ ਬਾਲ ਪਿਆਰੇ, ਕਹਿੰਦੇ ਫਿਰ ਸਾਰੀ ਲਾਈਨ ਲੱਗੀ ਹੋਈ ਹੈ। ਮਹਾਰਾਜ ਨੂੰ ਮਿਲਣ ਵਾਲੇ ਸਾਥੀ ਸਾਰੀ ਰਾਏ ਭੋਏ ਦੀ ਤਲਵੰਡੀ ਦੇ ਜਿੰਨੇ ਬੱਚੇ ਖੇਡਦੇ ਸੀ ਨਾ, ਇਹ ਸੱਚ ਹੈ। ਸਮਾਂ ਆਪਣੇ ਕੋਲ 20 ਮਿੰਟ ਰਹਿ ਗਿਆ। ਮੈਂ ਵਿਸ਼ਾ ਇਹ ਵੀ ਇਤਿਹਾਸ ਦਾ ਸੰਕੋਚਾਂ, ਕਿਉਂਕਿ 2 ਦਿਨ ਅੱਜ ਗੁਰੂ ਹਰਿਰਾਏ ਸਾਹਿਬ ਦਾ ਜੋਤੀ ਜੋਤ ਹੈ ਤੇ ਗੁਰੂ ਹਰਕ੍ਰਿਸ਼ਨ ਬਾਲਾ ਪ੍ਰੀਤਮ ਦਾ ਗੁਰਤਾ ਗੱਦੀ ਹੈ। ਤੇ ਮੇਰਾ ਖਿਆਲ ਹੈ ਵੀ ਆਪਾਂ ਹੁਣ ਇੱਧਰ ਨੂੰ ਤੁਰੀਏ। ਤੋ ਗੁਰੂ ਪਾਤਸ਼ਾਹ ਮਹਾਰਾਜ ਇੱਕ ਪੰਕਤੀ ਪੜੋ ਜੀ। ਸੰਗ ਦੇ ਫੇਰ ਪੰਥਨ ਪਧਾਰੇ, ਕਹਿਣ ਲੱਗੇ ਵੀ ਜਦੋਂ ਮੇਰੇ ਨਾਨਕ ਜੀ ਨੇ ਰਾਏ ਜੀ ਨੂੰ ਗਲਵੱਕੜੀ ਪਾਈ, ਉਹ ਵੀ ਰੋ ਰਹੇ ਹੈ। ਮਾਂ ਨੂੰ ਮਿਲੇ ਤੇ ਉਹ ਵੀ ਰੋ ਰਹੇ ਹੈ। ਤੇ ਪਿਤਾ ਜੀ ਨੂੰ ਮਿਲੇ, ਭਾਵੇਂ ਪਿਤਾ ਗੁੱਸੇ 'ਚ ਹੀ, ਇਤਿਹਾਸ ਕਹਿੰਦਾ ਬਾਪੂ ਦੀਆਂ ਵੀ ਅੱਖਾਂ ਬਾਹਰ ਆਈਆਂ। ਕਿਸੇ ਦਾ ਜੀ ਨਹੀਂ ਕਰਦਾ ਆਪਣਿਆਂ ਤੋਂ ਦੂਰ ਹੋਣ ਨੂੰ, ਮਜਬੂਰੀਆਂ ਕਰਾਉਂਦੀਆਂ। ਕਈ ਵਾਰੀ ਹੋ ਸਕਦਾ ਗਿਲਵੇ ਸ਼ਿਕਵੇ 'ਚ ਤੁਹਾਡਾ ਬੱਚਾ ਤੁਹਾਡੇ ਤੋਂ ਅੱਡ ਆ, ਮਾਂ ਪਿਓ ਰਿਸ਼ਤੇਦਾਰਾਂ ਕੋਲ ਇੰਨਾ ਕੁ ਭੰਡ ਦਿੰਦੇ ਆ ਨਾ, ਗ੍ਰਿਸ਼ਤ 'ਚ ਸਾਰੇ ਪਏ ਆਪਾਂ, ਇਹ ਜੀ ਸਾਨੂੰ ਛੱਡ ਗਏ, ਸਾਨੂੰ ਸਾਂਭਦੇ ਨਹੀਂ। ਪਰ ਕਦੇ ਮਾਂ ਬਾਪ ਵੀ ਕਿਤੇ ਸੋਚਣ ਵੀ ਸਾਡਾ ਬੱਚਾ ਕਿਤੇ ਨਾ ਕਿਤੇ ਪਤਾ ਨਹੀਂ ਕਿੰਨਾ ਕੁ ਫਸਿਆ ਹੋਊ। ਇਹ ਗੱਲ ਨਹੀਂ ਕੋਈ ਸੋਚਦਾ। ਮੈਂ ਇਸ ਚੀਜ਼ ਦਾ ਤਜਰਬਾ ਕੀਤਾ ਵੀ ਵੇਖੋ ਵੇਖੀ ਬਦਨਾਮੀ ਸਾਰੇ ਕਰੀ ਜਾਂਦੇ, ਉਹ ਭੈਣਾਂ ਵੀਰ ਚਾਚੇ ਤਾਏ ਜੋ ਆਪਾਂ ਵੇਣੇ ਦੁਨੀਆ 'ਚ, ਇਹ ਜੀ ਇੱਦਾਂ ਕਰਦੇ ਜੀ ਇੱਦਾਂ ਕਰਦੇ। ਪਰ ਕਿਤੇ ਨਾ ਕਿਤੇ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਸਾਡਾ ਬੱਚਾ ਕੀ ਪਤਾ ਕਿੰਨਾ ਕੁ ਮਜਬੂਰ ਹੈ, ਕਿੰਨਾ ਕੁ ਦੁਖੀ। ਕਈ ਫਿਰ ਇੱਦਾਂ ਹੀ ਜ਼ਿੰਦਗੀ ਗਵਾ ਦਿੰਦੇ ਆਪਣੀ। ਔਰ ਇਹ ਗੱਲ ਸੱਚ ਹੈ। ਉਦੋਂ ਮੇਰੇ ਨਾਨਕ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਨੂੰ ਮਿਲੇ, ਮਾਂ ਦੇ ਪੈਰੀਂ ਹੱਥ ਲਾਇਆ ਤੇ ਆਪਾਂ ਸੁਣਿਆ ਕਿ ਮਾਂ ਕਹਿੰਦੀ ਮੇਰਾ ਦਿਲ ਕਰਦਾ ਨਾਨਕ ਅੱਖਾਂ ਤੋਂ ਓਹਲੇ ਹੋਇਆ ਤੇ ਮੈਂ ਜ਼ਹਿਰ ਦਾ ਪਿਆਲਾ ਪੀ ਜਾ।
ਇੰਨਾ ਕੁ ਗੁਰੂ ਦੇ ਸਿੱਖ ਪਿਆਰ ਕਰਦੇ ਗੁਰੂ ਨੂੰ। ਤੋ ਇਸ ਕਰਕੇ ਕਹਤਾ ਇੱਕ ਘੜੀ ਨਾ ਮਿਲਤੇ ਹੁਣ ਕਦ ਮਿਲਿਆ, ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਵਾਹਿਗੁਰੂ। ਬਿਨ ਦੇਖੇ ਗੁਰ ਦਰਬਾਰੇ ਜੀਓ, ਬਿਨ ਦੇਖੇ ਗੁਰ ਦਰਬਾਰੇ ਜੀਓ। ਦੇਖੇ ਗੁਰ ਦਰਬਾਰੇ ਜੀਓ, ਬਿਨ ਦੇਖੇ ਗੁਰ ਦਰਬਾਰੇ ਜੀਓ। ਮਹਾਰਾਜ ਕਹਿੰਦੇ ਇੰਨਾ ਪਿਆਰ ਕਰਿਆ ਕਰੋ, ਆਪਾਂ ਨੂੰ ਤੇ ਜਾਗ ਹੀ ਨਹੀਂ ਆਉਂਦੀ। ਇੱਕ ਉਹ ਜਿਨ੍ਹਾਂ ਨੂੰ ਨੀਂਦ ਹੀ ਨਹੀਂ ਆਉਂਦੀ, ਸਾਰੀ ਰਾਤ ਹੀ ਕਹਿੰਦੇ 2 ਵੱਜ ਗਏ ਇਸ਼ਨਾਨ ਕਰਨਾ। ਉਹ ਕਹਿੰਦੇ ਭਰਾਵਾ ਸੌਂ ਜਾ ਕਿਤੇ, ਤੂੰ ਵੀ ਸਾਰੀ ਰਾਤ ਵੇਂਦਾ ਹੀ ਰਿਹਾ ਵੀ ਕਦੋਂ ਅੰਮ੍ਰਿਤ ਵੇਲਾ ਹੋਣਾ। ਇਹਨੂੰ ਪਿਆਰ ਕਹਿੰਦੇ ਆ। ਪਹਿਲਿਆਂ 'ਚ ਸੀ ਜ਼ਿਆਦਾ, ਹੁਣ ਤੇ ਬਸ ਮੋਬਾਈਲ ਖਾ ਗਿਆ ਸਾਰਾ ਕੁਝ। 12-1 ਵਜੇ ਤਾਈਂ ਫਿਲਮਾਂ 'ਚ ਬੜੇ ਰਹਿੰਦੇ, ਜਦੋਂ ਅੰਮ੍ਰਿਤ ਵੇਲਾ ਉਦੋਂ ਸੌਂ ਜਾਈਦਾ। 10 ਵਜੇ ਉੱਠਦੇ, ਆਖੋ ਸਤਨਾਮ। ਤੋ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਕਹਿੰਦੇ ਮੇਰੇ ਪਾਤਸ਼ਾਹ ਤੁਰਨ ਲੱਗੇ ਆ ਤੇ ਰਾਏ ਭੋਏ ਦੀ ਤਲਵੰਡੀ 'ਚ ਲੰਮੀ ਲਾਈਨ ਲੱਗ ਗਈ। ਆਖੋ ਵਾਹਿਗੁਰੂ। ਧਿਆਨ ਦਿਓ ਜੀ, ਇੱਧਰ ਰਸ ਨਾ ਖਰਾਬ ਕਰਿਓ। ਲੰਮੀ ਲਾਈਨ ਲੱਗ ਗਈ ਹੈ। ਮਹਾਰਾਜ ਦੇ ਮਿੱਤਰ ਸੱਜਣ ਸਾਰੇ ਸਖਾ ਸੰਬੰਧੀ ਤੇ ਸਾਰੇ ਹੀ ਰੋ ਰਹੇ। ਆਖੋ ਵਾਹਿਗੁਰੂ। ਸਾਰਿਆਂ ਦੀਆਂ ਅੱਖਾਂ 'ਚ ਪਾਣੀ ਹੈ ਤੇ ਕਹਿੰਦੇ ਕੀ ਹੈ, ਮੁਝੇ ਸੰਗ ਲੈ ਫੇਰ ਪੰਥ ਪਧਾਰੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਸਾਰਿਆਂ ਦੇ ਨੇਤਰ ਭਰੇ ਐ। ਜਦੋਂ ਨਾਨਕ ਜੀ ਤੁਰਨ ਲੱਗੇ ਤੇ ਮੇਰੇ ਵੱਡੇ ਭਾਗ ਵੀ ਸਾਰਿਆਂ ਦੇ ਵਿੱਚ ਮੈਂ ਵੀ ਖੜੋਤਾ ਸੀ। ਭਾਈ ਬਾਲਾ ਜੀ। ਅੱਜ ਦੇ ਵਿਦਵਾਨ ਕਹਿੰਦੇ ਬਾਲਾ ਹੈਗਾ ਹੀ ਨਹੀਂ। ਕੀ ਕਰਾਂਗੇ? ਸਾਰੀ ਕਥਾ ਉੱਥੋਂ ਸ਼ੁਰੂ ਹੁੰਦੀ ਹੈ। ਇਹਨਾਂ ਦਾ ਭਲਾ ਹੋ ਜੇ, ਹੱਥ ਧੋ ਕੇ ਮਗਰ ਪੈ ਗਏ। ਪਹਿਲਾਂ ਇਹਨਾਂ ਕਹਿੰਦੇ ਬਾਲਾ ਵੀ ਨਹੀਂ ਹੈਗਾ, ਕਹਿੰਦੇ ਉਹਦਾ ਨਾਂ ਤੇ ਲਿਖਿਆ ਨਹੀਂ, ਜਿਹਦਾ ਮਰਦਾਨਾ ਪਹਿਲਾ। ਤਾਂ ਫਿਰ ਮਹਾਰਾਜ ਨੇ ਬਾਬਾ ਬੁੱਢਾ ਪਹਿਲਾ ਕਿਉਂ ਨਹੀਂ ਲਿਖਿਆ? ਸਭ ਤੋਂ ਪੁਰਾਤਨ ਸਿੱਖ ਬਾਬਾ ਬੁੱਢਾ ਏ, ਉਹਨਾਂ ਦਾ ਕਿਉਂ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਬੁੱਢਾ ਪਹਿਲਾ? ਕਹਿੰਦੇ ਜੀ ਮਰਦਾਨਾ ਬਾਲਾ ਤੇ ਹੈ ਹੀ ਨਹੀਂ, ਉਹਦਾ ਤਾਂ ਜ਼ਿਕਰ ਨਹੀਂ ਕੀਤਾ। ਕਮਾਲ ਹੈ ਭਾਈ ਸਾਹਿਬ ਜੀ, ਇਹ ਬਹੁਤ ਵੱਡੀਆਂ ਸਾਨੂੰ ਤੋੜਨ ਵਾਲੀਆਂ ਗੱਲਾਂ। ਕੋਈ ਕੁਛ ਕਹਿੰਦਾ ਪਰ ਰਸ ਆਪਾਂ ਨਹੀਂ ਖਰਾਬ ਕਰਨਾ, ਭਲਾ ਹੋਵੇ ਉਹਨਾਂ ਦਾ ਵੀ। ਤੋ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਜੀ ਕਿੰਨੇ ਵੱਡੇ ਮੇਰੇ ਭਾਗ ਵੀ ਇੰਨੀ ਸੰਗਤ ਮਹਾਰਾਜ ਨੂੰ ਵਿਦਾ ਕਰਨ ਆਈ, ਤੋਰਨ ਆਈ, ਤੇ ਮੈਂ ਵੀ ਉਹਨਾਂ ਦੇ ਵਿੱਚ ਸੀ। ਤੇ ਪਰ ਮੇਰੇ ਨਾਨਕ ਦੇ ਮੁਖ ਚੋਂ ਨਿਕਲਿਆ, ਕਹਿੰਦੇ ਬਾਲਾ ਸਾਡੇ ਨਾਲ ਜਾਣਾ ਤੂੰ। ਆਖੋ ਸਤਨਾਮ। ਮਰਦਾਨੇ ਜੀ ਨੇ ਬਾਅਦ ਚ ਆਉਣਾ, ਪਹਿਲਾਂ ਭਾਈ ਬਾਲਾ ਜੀ ਆਏ ਸੁਲਤਾਨਪੁਰ। ਤੋ ਭਾਈ ਬਾਲਾ ਜੀ ਕਹਿੰਦੇ ਮੈਨੂੰ ਤਾਂ ਚਾਅ ਚੜ ਗਿਆ ਵੀ ਰੱਬ ਆਵਾਜ਼ ਮਾਰਦਾ ਏ, ਇਸ ਕਰਕੇ ਕਹਿੰਦੇ ਲੰਮੀ ਕਤਾਰ ਲੱਗੀ, ਕਤਾਰ ਤੋਂ ਹੀ ਆਪਾਂ ਇੱਧਰ ਨੂੰ ਤੁਰਨਾ ਹੈ। ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਅਕਾਲ ਚਲਾਣਾ ਕੀਤੇ ਸੀ ਨਾ, ਤੇ ਜਦੋਂ ਉਹਨਾਂ ਦਾ ਸਰੀਰ ਦਾ ਇਸ਼ਨਾਨ ਕੀਤਾ ਗਿਆ, 6 ਕਿਲੋਮੀਟਰ ਤੱਕ ਲੈਣਾ ਲੱਗੀਆਂ ਸੀ। ਆਖੋ ਵਾਹਿਗੁਰੂ। ਜਿਹੜੇ ਰੱਬ ਦੇ ਪਿਆਰੇ ਜਿਉਂਦੇ ਜੀ ਤੇ ਸੰਗਤਾਂ ਉਹਨਾਂ ਨੂੰ ਪੂਜਦੀਆਂ ਹੀ ਐ, ਜਦੋਂ ਸਰੀਰ ਛੱਡ ਕੇ ਜਾਂਦੇ ਉਹਨਾਂ ਦੇ ਸਰੀਰ ਵੀ ਪੂਜੇ ਜਾਂਦੇ ਆ। ਜੈ ਜੈਕਾਰ ਉਹਨਾਂ ਦੀ ਹੋਈ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੇ ਤੂੰ ਮੇਰਾ ਸਭ ਜਗ। ਇਤਿਹਾਸ ਕਹਿੰਦਾ ਹੈ ਕਿ ਮਹਾਂਪੁਰਖਾਂ ਦੇ ਅੰਤਮ ਦਰਸ਼ਨ ਕਰਨ ਵਾਸਤੇ 6 ਕਿਲੋਮੀਟਰ ਤੱਕ ਲਾਈਨ ਸੀ। ਮਹਾਂਪੁਰਖਾਂ ਦਾ ਚਿਹਰਾ ਵੇਖਣ ਲਈ ਆਖਰੀ ਸਮੇਂ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਜਦੋਂ ਫਿਰ ਜੋਤੀ ਜੋਤ ਹੁਣ ਸਾਂਝ ਪਾਉਣੇ, ਉਹਨਾਂ ਦਾ ਤਾਂ ਬੇਅੰਤ ਸੀ। ਮਹਾਰਾਜ ਨੇ ਅੱਜ ਦੇ ਦਿਨ ਕੁਝ ਦਿਨ ਪਹਿਲਾਂ ਇਹ ਬਖਸ਼ਿਸ਼ ਵਰਤਾਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ, ਕਿਉਂਕਿ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ। ਗੁਰਬਾਣੀ ਕਹਿੰਦੀ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕਹਿ ਆਪ ਸਤਿਗੁਰੂ ਰਹਿਮਤਾਂ ਦੇ ਦਾਤੇ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਰਸਾਇਆ। ਔਰ ਸਭ ਤੋਂ ਵੱਡੀ ਖੁਸ਼ੀ ਕਿ ਆਪਾਂ ਡੱਲੇ 'ਚ ਬੈਠੇ ਹਾਂ, ਤੇ ਡੱਲੇ ਵਾਸੀ ਮਾਤਾ ਦਮੋਦਰੀ ਸਾਹਿਬ। ਮਾਤਾ ਦਮੋਦਰੀ ਦੀ ਕੁੱਖ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਦਾ ਆਗਾਜ਼ ਹੋਇਆ।
ਤੇ ਬਾਬਾ ਗੁਰਦਿੱਤਾ ਜੀ ਦੇ ਘਰ ਗੁਰੂ ਹਰਿ ਰਾਏ ਸਾਹਿਬ ਜੀ ਦਾ ਦਾਸ ਹੈ। ਤੇ ਕੀ ਲੱਗੇ ਮਾਤਾ ਦਮੋਦਰੀ ਦੇ? ਆਖੋ ਸਤਨਾਮ। ਮਾਤਾ ਦਮੋਦਰੀ ਗੁਰੂ ਹਰਿ ਰਾਏ ਸਾਹਿਬ ਦੀ ਕੀ ਲੱਗਦੀ ਜੀ? ਉੱਚੀ ਬੋਲੋ, ਅੱਧੇ ਜੇ ਬੋਲਦੇ ਆ। ਹਾਂਜੀ, ਦਾਦੀ। ਤੇ ਕਿੱਡਾ ਵੱਡਾ ਰਿਸ਼ਤਾ ਕਿ ਮੂਲ ਨਾਲੋਂ। ਇਹਦਾ ਮਤਲਬ ਹੈ ਵੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਭ ਤੋਂ ਵੱਧ ਗੋਦੀ ਮਾਤਾ ਦਮੋਦਰੀ ਦੀ ਮਿਲੀ ਹੈ। ਤੇ ਜਿਸ ਮਾਂ ਨੇ ਇਸ ਧਰਤੀ ਤੇ ਭਾਗ ਲਾਏ, ਕਿਉਂਕਿ ਵਿਆਹੁਣ ਆਏ ਸਤਿਗੁਰੂ ਤੇ ਆਹ ਸਥਾਨ ਆਪਾਂ ਨੂੰ ਮਿਲੇ। ਕਿੱਡਾ ਵੱਡਾ ਇਤਿਹਾਸ ਇਸ ਨਗਰ ਦਾ। ਡੱਲਾ ਰਤਨਾ ਦੀ ਖਾਨ ਮੇਰੇ ਪਾਤਸ਼ਾਹ ਮਹਾਰਾਜ ਦੀ ਪੋਤਰੇ ਸਨ ਮਾਂ ਦਮੋਦਰੀ ਦੇ। ਤੇ ਮੇਰੀ ਮਾਂ ਦਮੋਦਰੀ ਨੇ ਕਿੰਨਾ ਖੜਾਇਆ ਹੋਏਗਾ। ਤੇ ਸਭ ਤੋਂ ਪਿਆਰਾ ਜੀਵਨ ਮੇਰੇ ਗੁਰੂ ਹਰਿ ਰਾਏ ਸਾਹਿਬ ਦਾ, ਜਿਨ੍ਹਾਂ ਤੋਂ ਫੁੱਲ ਟੁੱਟ ਗਿਆ ਸੀ ਤੇ ਵਿਰਾਗ ਕੀਤਾ ਸੀ। ਤੇ ਪਾਤਸ਼ਾਹ ਖਸ਼ਟਮ ਬਲਬੀਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਛਠਮ ਪੀਰ ਮਹਾਰਾਜ ਜੀ ਕਹਿੰਦੇ ਸੀ, ਬੇਟਾ ਵਿਰਾਗ ਕੀਤਾ? ਕਹਿੰਦੇ ਜੀ ਅੱਜ ਫੁੱਲ ਟੁੱਟ ਗਿਆ। ਮਹਾਰਾਜ ਕਹਿੰਦੇ ਫਿਰ ਆਪਣੇ ਆਪ ਨੂੰ ਸੰਭਾਲ ਕੇ ਚੱਲੀਦਾ। ਕਿੱਡੀ ਵੱਡੀ ਗੱਲ ਸੰਗਤੇ, ਗੌਰ ਕਰਿਓ ਇਧਰ ਧਿਆਨ ਦੇ ਕੇ ਕਿ ਮਹਾਰਾਜ ਜੀ ਤੋਂ ਇੱਕ ਫੁੱਲ ਟੁੱਟਾ ਤੇ ਆਪਾਂ ਤੇ ਕਿੰਨੇ ਦਿਲ ਤੋੜੇ, ਕਿੰਨੀ ਦੁਨੀਆ ਦਾ ਬੁਰਾ ਕੀਤਾ ਆਪਾਂ ਤੇ ਕਿੰਨਿਆਂ ਦੀਆਂ ਬਣਦੇ ਕੰਮ ਵਿਗਾੜੇ। ਬੜੀ ਮਾੜੀ ਆਦਤ ਕਈਆਂ ਨੂੰ, ਮੈਂ ਵੀ ਵਿੱਚ ਹੀ ਆ, ਵੀ ਕਿਸੇ ਗਰੀਬ ਦਾ ਕੰਮ ਬਣਦਾ ਤੇ ਵਿੱਚ ਜਾ ਕੇ ਕਹਿੰਦਾ ਇਹਦਾ ਨਾ ਬਣਾਈ। ਕਿੱਡੀ ਮਾੜੀ ਗੱਲ ਹੈ ਵੀ ਕੋਈ ਕਿਸੇ ਦੀ ਰੋਟੀ ਬਣਾਉਣ ਲੱਗਾ ਤੇ ਕਿਸੇ ਨੇ ਵਿੱਚ ਜਾ ਕੇ ਆਖਿਆ ਇਹ ਕੰਮ ਨਾ ਕਰੀ, ਇਹ ਬੰਦਾ ਹੀ ਬੜਾ ਮਾੜਾ। ਤੇ ਮਹਾਰਾਜ ਕਹਿੰਦੇ ਕਿਤੇ ਟੁੱਟਦਾ ਬਣਾਈ ਤੇਰਾ ਵੀ ਬਣੂ, ਕਿਸੇ ਦਾ ਬਣਦਾ ਵਿਗਾੜਿਆ ਤੇਰੇ ਵਿਗੜਨੇ ਕਾਜ। ਤੇਰਾ ਦਰਗਾਹ ਦੇ ਵਿੱਚ ਕਾਜ ਵਿਗੜਨਾ। ਆਖੋ ਸਤਨਾਮ। ਤੋ ਇਸ ਕਰਕੇ ਸਾਧ ਸੰਗਤ ਜੀਓ, ਮੇਰੇ ਪਾਤਸ਼ਾਹ ਜੀ 31 ਸਾਲ ਸਰੀਰਕ ਜਾਮੇ 'ਚ ਰਹੇ। 31 ਸਾਲਾਂ ਦੇ ਵਿੱਚ 2200 ਘੋੜਸਵਾਰ ਨਾਲ ਰਹਿੰਦਾ ਸੀ, ਪਰ ਮਹਾਰਾਜ ਨੇ ਕਦੇ ਤੇਗ ਨਹੀਂ ਚੁੱਕੀ। ਸਭ ਤੋਂ ਵੱਧ ਬਾਗ ਤੇ ਦਰਖਤ ਗੁਰੂ ਹਰਿ ਰਾਏ ਸਾਹਿਬ ਨੇ ਲਵਾਏ। ਸਭ ਤੋਂ ਵੱਡੀ ਸੇਵਾ ਜਿਹੜੀ ਇਹ ਹੈ, ਆਪਣੀ ਜ਼ਿੰਦਗੀ 'ਚ ਤੁਸੀਂ ਵੀ ਸੰਗਤੇ 25-30 ਬੂਟੇ ਜ਼ਰੂਰ ਲਾਇਓ। ਬਾਬੇ ਫਰੀਦ ਨੂੰ ਪੜ੍ਹੀਏ ਗੁਰੂ ਗ੍ਰੰਥ ਸਾਹਿਬ 'ਚ, ਤੇ ਬਾਬਾ ਫਰੀਦ ਕਹਿੰਦੇ ਕਮਲਿਆ ਰੁੱਖ ਲਾਇਆ ਕਰ। ਕਹਿੰਦੇ ਜੀ ਕਿਉਂ? ਕਹਿੰਦਾ ਜਿੱਥੇ ਤੇਰੇ ਪੁੱਤ ਪੋਤਰਿਆਂ ਨੇ ਵੀ ਪਿਛਾਂ ਹੋਣਾ, ਉੱਥੇ ਇਹਨੇ ਨਾਲ ਪੈਣਾ ਹੀ। ਆਖੋ ਸਤਨਾਮ। ਕਿੱਡੀ ਵੱਡੀ ਦਾਤ ਰੁੱਖ ਦੀ, ਵੀ ਜਿਉਂਦਿਆਂ ਫਲ, ਛਾਂ, ਬਾਲਣ ਔਰ ਆਕਸੀਜਨ। ਤੇ ਕਿੱਡੀ ਵੱਡੀ ਨਿਆਮਤ ਹੈ ਵੀ ਜਿੱਦਣ ਮੈਂ ਵੀ ਤੁਸੀਂ ਆਪਾਂ ਸਾਰਿਆਂ ਨੇ ਇਸ ਦੁਨੀਆ ਤੋਂ ਜਾਣਾ, ਉਦਣ ਸਾਰੇ ਜਿਨ੍ਹਾਂ ਲਈ ਆਪਾਂ ਸਾਰੀ ਜ਼ਿੰਦਗੀ ਕਮਾਈ ਕੀਤੀ ਹੁੰਦੀ ਪਿਛਾਂ ਹੋ ਜਾਂਦੇ ਅਗਲੇ। ਉਦਣ ਫਿਰ ਕੀ ਆਖੀਦਾ ਜੀ, ਆ ਵੱਡਾ ਮੋਛਾ ਲਿਆਓ, ਇਹ ਲਾਗੇ ਕਰੋ ਸਿਰ ਦੇ ਥੋੜਾ ਜਿਹਾ। ਇੱਕ ਕਹਿੰਦਾ ਸੁੱਕੀਆਂ ਜੀਆਂ ਸਰਾਣੇ ਵੱਲ ਲਾ ਦਿਓ। ਤੇ ਮਹਾਰਾਜ ਕਹਿੰਦੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਫਿਰ ਸਾਰੀ ਜ਼ਿੰਦਗੀ ਬੂਟੇ ਲਾਏ, ਕਿਉਂਕਿ ਸਭ ਤੋਂ ਵੱਡਾ ਰੁੱਖ ਹੈ। ਮਹਾਰਾਜ ਕਹਿੰਦੇ ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ। ਕਹਿੰਦੇ ਦਰਵੇਸ਼ ਨੂੰ ਰੁੱਖ ਜਿੱਡਾ ਜੇਰਾ ਰੱਖਣਾ ਪੈਂਦਾ ਕਿ ਰੁੱਖ ਸਾਰੀ ਗਰਮੀ ਆਪ ਝੱਲਦਾ ਤੇ ਥੱਲੇ ਬੈਠੇ ਨੂੰ ਛਾਂ ਦਿੰਦਾ, ਸਾਰੀ ਠੰਡ ਆਪ ਝੱਲਦਾ ਤੇ ਥੱਲੇ ਵਾਲੇ ਨੂੰ ਫਲ ਦਿੰਦਾ। ਹੁਣ ਸੇਬ ਨੇ ਆਪ ਥੋੜਾ ਛਕਣਾ, ਤੁਹਾਡਾ ਢਿੱਡ ਭਰਨਾ। ਇਸੇ ਤਰ੍ਹਾਂ ਦੇਣਾ ਹੀ ਹੈ ਰੁੱਖ ਦੇ ਕਰਮਾਂ 'ਚ, ਦਰਵੇਸ਼ ਵੀ ਦਿੰਦੇ ਹੀ ਹੈ। ਤੇ ਗੁਰੂ ਹਰਿ ਰਾਏ ਸਾਹਿਬ ਨੇ ਬਹੁਤ ਜ਼ਿਆਦਾ ਦਰਖਤ ਲਵਾਏ, ਦਵਾਖਾਨਾ ਬਹੁਤ ਵੱਡਾ ਬਣਾਇਆ, ਔਰ ਸਭ ਤੋਂ ਵੱਧ ਬਚਨ ਉਹਨਾਂ ਦਾ ਪਿਆਰਾ ਸੀ। ਮਹਾਰਾਜ ਕਹਿੰਦੇ ਸੀ ਕਿਸੇ ਭੁੱਖੇ ਦੇ ਮੂੰਹ 'ਚ ਪਾਇਓ ਅੰਨ, ਗੁਰੂ ਨਾਨਕ ਦਾ ਢਿੱਡ ਭਰ ਗਿਆ। ਵੱਧ ਇੱਕ ਉਹਨਾਂ ਦੀ ਕਥਾ ਮੈਂ ਸੁਣਾਈ, ਬੜੀ ਪਿਆਰੀ। ਸੰਗਤ ਬੈਠੀ ਤੇ ਮਹਾਰਾਜ ਕਹਿੰਦੇ ਸੰਗਤ ਜੀ ਦਸਵੰਧ ਕੱਢਿਆ ਕਰੋ। ਜਿੱਦਾਂ ਆਪਾਂ ਗੁਰੂ ਕੀ ਸੰਗਤ ਲੰਗਰ ਚੱਲਦਾ ਹੈ, ਕਿਤੇ ਪਕੌੜਿਆਂ ਦਾ, ਕਿਤੇ ਜਲੇਬਾਂ ਦਾ, ਕਿਤੇ ਖੀਰ ਦਾ, ਗੁਰੂ ਘਰ 'ਚ ਚੱਲੀ ਜਾਂਦੇ ਲੰਗਰ। ਇਹ ਕਿਸੇ ਦੇ ਪਿਓ ਦੇ ਨਹੀਂ। ਆਖੋ ਸਤਨਾਮ। ਜਹਾਂਗੀਰ ਕਹਿੰਦਾ ਮੇਰੇ ਇਕੱਲੇ ਵੱਲੋਂ ਲਾ ਦਿਓ। ਮਹਾਰਾਜ ਕਹਿੰਦੇ ਛਕਣਾ ਤੇ ਛਕ, ਨਹੀਂ ਤੇ ਚੱਲ ਜਾ। ਕਹਿੰਦੇ ਪਾਤਸ਼ਾਹ ਗਲਤੀ ਹੋ ਗਈ। ਕਹਿੰਦੇ ਮੈਂ ਜਿਤਾਉਣਾ ਹੈ, ਉੱਦਾਂ ਸੇਵਾ ਕਰਨੀ ਤੇ ਕਰ ਲਾ, ਤੇਰੇ ਵੱਲੋਂ ਨਹੀਂ ਲਾਉਣਾ। ਕਿਉਂਕਿ ਮਹਾਰਾਜ ਨੂੰ ਪਤਾ ਸੀ ਵੀ ਇਹ ਸੰਗਤ ਦਾ ਸੰਗਤ 'ਚ ਰਵੇ। ਜਦੋਂ ਇੱਕ ਬੰਦਾ ਲਾਉਂਦਾ ਤੇ ਫਿਰ ਜੱਬ ਪੈ ਜਾਂਦਾ। ਇਸ ਕਰਕੇ ਉਹ ਕਹਿੰਦਾ ਜੀ ਮੇਰਾ ਲੰਗਰ ਹੈ, ਮੇਰਾ ਨਹੀਂ, ਉਹਦਾ ਹੀ ਰਹਿਣਾ। ਮਹਾਰਾਜ ਕਹਿੰਦੇ ਛਕਣਾ ਛਕ, ਪਰ ਤੇਰਾ ਨਹੀਂ ਲੱਗਣਾ। ਤੇ ਮੈਂ ਇੱਥੇ ਬੇਨਤੀ ਕਰਦਾ, ਹੁਣ ਕਈ ਵਾਰ ਅਖੰਡ ਪਾਠ ਆਰੰਭ ਹੁੰਦੇ, ਗੁੱਸਾ ਵੀ ਆਉਂਦਾ, ਸੱਚ ਰਹਿਣਾ ਸੱਚ, ਭਾਵੇਂ ਮੈਨੂੰ ਗਾਲਾਂ ਕੱਢਿਓ। ਉੱਥੇ ਕੀ ਕਰਦੇ ਆ ਜੀ, ਅਸੀਂ ਪਨੀਰ ਬਣਾਉਣੇ ਆ
ਦਹੀਂ ਬਣਾਉਣੇ ਆ ਕੁਝ, ਪਰ ਉੱਥੇ ਇਹ ਕਹਿ ਹੁੰਦੇ ਲੰਗਰ 'ਚ, ਕਹਿੰਦੇ ਜੀ ਜਿੰਨਾ ਚਿਰ ਸਾਡੇ ਰਿਸ਼ਤੇਦਾਰ ਨਹੀਂ ਆਉਂਦੇ ਉਹਨਾਂ ਚਿਰ ਵਰਤਾਉਣਾ ਨਹੀਂ। ਤੇ ਫਿਰ ਉੱਥੇ ਬਾਬੇ ਦਾ ਥੋੜਾ ਤੁਹਾਡਾ ਹੀ ਹੋ ਗਿਆ। ਜਦੋਂ ਆਪਾਂ ਪਤੀਲੇ ਲਗਾ ਕੇ ਰੱਖ ਲਏ ਵੀ ਆਪਣੇ ਰਿਸ਼ਤੇਦਾਰ ਭੋਗ ਪਊਗਾ, ਜਦੋਂ ਸਾਡੇ ਜਾ ਕੇ ਪੰਗਤ ਤੇ ਬਹਿਣੇ ਆ ਨਾ ਉਦੋਂ ਪਨੀਰ ਵਰਤਾਉਣਾ, ਤੇ ਫਿਰ ਮਹਾਰਾਜ ਕਹਿੰਦੇ ਜ਼ਹਿਰ ਥੋੜਾ ਖਵਾਉਣਾ, ਲੈ ਜਾਓ ਤੂੰ ਘਰ ਨੂੰ। ਤੇ ਫਿਰ ਇਸ ਤਰ੍ਹਾਂ ਵੀ ਮਗਰੋਂ ਕਰਦੇ ਆ ਵੀ ਜਿੰਨਾ ਕੁ ਰਿਸ਼ਤੇਦਾਰਾਂ ਖਾ ਲਿਆ ਬਾਕੀ ਡੋਲੀਆਂ ਚ ਲਿਫਾਫਿਆਂ 'ਚ। ਇੱਥੇ ਫੇਲ ਹੋ ਜੰਨੇ ਆਪਾਂ। ਅਸਲ ਵਿੱਚ ਗੁਰੂ ਦਾ ਵਾ ਤੇ ਫਿਰ ਤੇ ਤੜਕੇ ਤੋਂ ਚੱਲ ਪਏ, ਤੇ ਫਿਰ ਡੱਬੇ 'ਚ ਨਾ ਪਾਵੇ ਰਿਸ਼ਤੇਦਾਰ ਨੂੰ, ਕਵੇ ਭਾਈ ਸ਼ਾਮਾਂ ਤੱਕ ਇੱਥੇ ਗਰੀਬ ਗੁਰਬਾ ਸਭ ਛਕਣ। ਤੇ ਇਦਾਂ ਕਈ ਵਾਰੀ ਹੋਇਆ ਵੀ ਆਪਾਂ ਜਦੋਂ ਘਰ ਦਾ ਅਖੰਡ ਪਾਠ ਆਰੰਭ ਕਰਾਇਆ ਤੇ ਪਤੀਲੇ ਲੁਕਾ ਕੇ ਰੱਖ ਲੈਨੇ, ਤੇ ਜਦੋਂ ਮੇਰੇ ਰਿਸ਼ਤੇਦਾਰ ਪੂਰਾ ਭੋਗ ਪੈ ਕੇ ਭਗਤੀ 'ਚ ਜਾਣ ਉਹਨਾਂ ਚਿਰ ਦਾਲ ਹੀ ਵਰਤੇ, ਜਦੋਂ ਉਹ ਜਾਣ ਉਦੋਂ ਕੱਢਿਓ। ਤੇ ਗੁਰੂ ਹਰਿਰਾਏ ਸਾਹਿਬ ਬਾਪੂ ਜੀ ਕਹਿੰਦੇ ਸੰਗਤ ਜੀ ਦਸਵੰਧ ਕੱਢਿਆ ਕਰੋ, ਭਾਵੇਂ ਕਿਲੋ ਆਟਾ, ਥੋੜੀ ਥੋੜੀ ਦਾਲ, ਜੋ ਵੀ ਤੁਹਾਡੇ ਕੋਲ। ਤੇ ਇੱਕ ਮੇਰੇ ਵਰਗਾ ਉੱਠ ਪਿਆ, ਉਹ ਤੇ ਛੜਾ ਮਲੰਗ ਸੀ ਕਿਤੇ, ਤੇ ਵਿਆਹ ਵੀ ਉਹਦਾ ਕੋਨੀ ਹੋਇਆ, ਗਰੀਬੀ ਬੜੀ। ਤੇ ਗੁਰੂ ਹਰਿਰਾਏ ਸਾਹਿਬ ਨੂੰ ਕਹਿੰਦਾ ਮਹਾਰਾਜ ਇਹ ਦਸਵੰਧ ਤੇ ਤੁਸੀਂ ਆਖੀ ਜਾਂਦੇ, ਤੇ ਜਿਹਦੇ ਕੋਲ ਹੈ ਹੀ ਕੱਖ ਨਹੀਂ ਉਹ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦੇ ਮਹਾਰਾਜ ਰੋਟੀ ਤੇ ਮੇਰੀ ਆਪਦੀ ਨਹੀਂ ਪੱਕਦੀ, ਤੇ ਮੈਂ ਕੀ ਕਰਾਂ, ਗਰੀਬ ਹੈ। ਮਹਾਰਾਜ ਕਹਿੰਦੇ ਕਿੰਨੇ ਪ੍ਰਸ਼ਾਦੇ ਛਕਦਾ ਰੋਜ਼? ਕਹਿੰਦੇ ਮਹਾਰਾਜ ਕਈ ਵਾਰ ਭੁੱਖੇ ਸੌਂਜਦਾ, ਕਈ ਵਾਰੀ ਦੋ ਛਕ ਲਈਦੇ ਦਿਹਾੜੀ ਧੱਪਾ ਕਰਕੇ। ਤੇ ਮੇਰੇ ਪਾਤਸ਼ਾਹ ਕਹਿੰਦੇ ਪੁੱਤ ਰਿਆ ਲਾਗੇ ਬਿਠਾ ਕੇ ਕਹਿੰਦੇ ਹੁਣ ਧਿਆਨ ਦਿਓ, ਇਹ ਕਥਾ ਝੂਠੀ ਨਹੀਂ, ਸੱਚ ਹੈ ਗੁਰੂ ਦੀ। ਮਹਾਰਾਜ ਕਹਿੰਦੇ ਪੁੱਤ ਜਦੋਂ ਆਟਾ ਗੁੰਨਦਾ ਹੁੰਦਾ ਨਾ, ਆ ਤੇਰੀ ਪਿਛਲੇ ਕਰਮਾਂ ਕਰਕੇ ਤੇਰੇ ਘਰ 'ਚ ਜਹਿਮਤ ਗਰੀਬੀ ਹੈ, ਇਹਨੂੰ ਕੱਢਣਾ ਚਾਹਣਾ ਕਿ ਨਹੀਂ? ਕਹਿੰਦੇ ਮਹਾਰਾਜ ਕੱਢ ਦਿਓ, ਕਿਹਦਾ ਨਹੀਂ ਜੀ ਕਰਦਾ, ਮੇਰੇ ਵੀ ਦਿਨ ਮੁੜਨ। ਪਾਤਸ਼ਾਹ ਕਹਿੰਦੇ ਫਿਰ ਜਦੋਂ ਆਟਾ ਗੁੰਨਦਾ ਹੁੰਦਾ ਨਾ, ਜਦੋਂ ਦਿਹਾੜੀ ਲੱਗਦੀ ਤੇਰੀ, ਤੇ ਉਹਦੇ ਵਿੱਚੋਂ ਇੱਕ ਮੁੱਠ ਭਰ ਲਿਆ ਕਰ, ਇੱਕ ਮੁੱਠ ਭਰ ਕੇ ਇੱਕ ਡੱਬੀ ਲਾ ਲਾ, ਤੇ ਉਹ 'ਚ ਪਾ ਲਿਆ ਕਰ। 25-30 ਦਿਨਾਂ 'ਚ 25 ਮੁੱਠਾਂ ਬਣ ਜਾਣੀਆਂ, ਕਿਲੋ ਡੇਢ ਬਣ ਜਾਣਾ, ਤੇ ਲੰਗਰ 'ਚ ਪਾ ਦਿਆ ਕਰ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕਥਾ ਸੁਣਾਈ, ਫਿਰ ਸੰਗਤ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਅੰਤਮ ਸਮੇਂ ਵੱਲ ਜਾਣਾ। ਮਹਾਰਾਜ ਜੀ ਕਹਿੰਦੇ ਇੱਕ ਕੰਗਾਲ ਸੀ, ਕੱਖਾਂ ਦੀ ਉਹਦੀ ਛੰਨ ਸੀ, ਤੇ ਨਿੱਕੇ ਨਿੱਕੇ ਜੀ, ਤੇ ਗਰੀਬੀ ਬੜੀ, ਤੇ ਬੱਚੇ ਭੁੱਖੇ ਕਰਲਾਉਣ ਰੋਇਆ ਕਰਨ, ਤੇ ਉਹਦੀ ਛਪਰੀ ਦੇ ਵਿੱਚ ਇੱਕ ਚਿੜਾ ਤੇ ਚਿੜੀ ਰਹਿੰਦੇ ਸੀ। ਉਸ ਚਿੜਾ ਚਿੜੀ ਦੀ ਵੀ ਪਿਛਲੀ ਕਮਾਈ ਸੀ, ਤੇ ਕਿਸੇ ਕਰਕੇ ਜੂਨ 'ਚ ਆ ਗਏ, ਕਿਉਂਕਿ ਬਾਣੀ ਕਹਿੰਦੀ ਨਾ 84 ਲੱਖ ਜੂਨਾਂ। ਤੇ ਉਸ ਚਿੜੀ ਚਿੜੇ ਨੇ ਸੰਗਤ ਕੀਤੀ, ਪਰ 1 ਜੂਨ ਜਿੱਦਾਂ ਮੂਲਾ ਖੱਤਰੀ ਮਹਾਰਾਜ ਨੇ ਉਧਾਰ ਕੀਤਾ। ਆਪਾਂ ਕੀ ਪਤਾ ਕਿੱਥੇ ਸੂਰ ਬਣਨਾ, ਕੁੱਤੇ ਬਣਨਾ ਕਿ ਕੀ, ਮਹਾਰਾਜ ਤਰਸ ਕਰ ਜੇ ਤਾਂ ਵੱਖਰੀ ਗੱਲ ਹੈ। ਤੋ ਇਸ ਕਰਕੇ ਕਹਿੰਦੇ ਉਹ ਚਿੜਾ ਚਿੜੀ ਵੇਂਦੇ ਰਹੇ, ਤੇ ਉਹਨਾਂ ਨੂੰ ਤਰਸ ਆਇਆ। ਚਿੜੀ ਚਿੜੇ ਨੂੰ ਕਹਿਣ ਲੱਗੀ ਵੀ ਆਪਾਂ ਰੋਜ਼ ਇਹਨਾਂ ਦੀ ਛੱਤ 'ਚ ਰਹਿੰਦੇ ਰਾਤ ਨੂੰ, ਤੇ ਇਹਨਾਂ ਦੇ ਘਰ ਰਹਿੰਦੇ, ਤੇ ਇਹਨਾਂ ਦਾ ਭਲਾ ਹੀ ਕੋਈ ਕਰੀਏ। ਤੇ ਚਿੜਾ ਕਹਿੰਦਾ ਵੀ ਕਿੱਦਾਂ ਕਰਾਂਗੇ? ਕਹਿੰਦੀ ਤੈਨੂੰ ਪਤਾ ਆਪਾਂ ਪਿਛਲੇ ਜਾਮੇ 'ਚ ਸੇਵਾ ਕਰਦੇ ਰਹੇ, ਤੇ ਗੁਰੂ ਨਾਨਕ ਦਾ ਘਰ ਬੜਾ ਬੇਅੰਤ ਹੈ, ਆਪਾਂ ਇਹਨਾਂ ਦਾ ਗਰੀਬੀ ਖਾਨਾ ਦੂਰ ਕਰੀਏ ਕਿਸੇ ਤਰ੍ਹਾਂ। ਉਸ ਵੇਲੇ ਉਹ ਕਹਿੰਦੀ ਕੀ ਕਰਨਾ ਹੈ? ਉਹਨਾਂ ਨੇ ਨਾ ਦਾਣੇ ਇੱਦਾਂ ਧੋ ਕੇ ਪਾ ਦੇਣੇ, ਜਿਹੜੇ ਛਿੱਟੇ ਛੁੱਟੇ ਚੁੱਕ ਕੇ, ਗਰੀਬ ਸੀ, ਤੇ ਉਹਨਾਂ ਦਾ ਆਟਾ ਗੁੰਨ ਲਈ, ਤੇ ਉਸ ਚਿੜੀ ਚਿੜੇ ਨੇ 5-5 ਦਾਣੇ ਚੁੰਝ 'ਚ ਪਾਉਣੇ, ਉਹਨਾਂ ਦੇ ਘਰੋਂ ਚੁੱਕਣੇ, ਤੇ ਜਿੱਥੇ ਗੁਰੂ ਘਰ ਗੁਰੂ ਹਰਿਰਾਏ ਸਾਹਿਬ ਦੇ ਲੰਗਰ ਦੀ ਕਣਕ ਹੁੰਦੀ ਸੀ ਨਾ, ਉਹਦੇ 'ਚ ਪਾ ਦੇਣੇ। ਧਿਆਨ ਦਿਓ ਹੁਣ ਗੁਰੂ ਕੀ ਹੈ। ਔਰ ਉਹਦੇ 'ਚ ਪਾਉਣੇ ਸ਼ੁਰੂ ਕਰਤੇ, ਤੇ ਗੁਰੂ ਹਰਿਰਾਏ ਸਾਹਿਬ ਕਥਾ ਸੁਣਾ ਰਹੇ, ਅੱਜ ਗਰੀਬ ਸੁਣਾ ਰਿਹਾ ਤੁਹਾਨੂੰ ਪਾਪੀ ਜਨ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਅੱਜ ਹੋਰ ਭਲਕ ਹੋਰ, ਜਦੋਂ ਉਹਨਾਂ ਦੇ ਘਰੋਂ ਦਾਣੇ ਲੰਗਰ 'ਚ ਜਾਣ ਲੱਗ ਪਏ ਨਾ, ਉਹਨਾਂ ਦੇ ਦਿਨ ਮੁੜਨੇ ਸ਼ੁਰੂ ਹੋ ਗਏ। ਦਿਨਾਂ ਦੇ ਵਿੱਚ ਉਹ ਛਪਰੀ ਕੋਠੀ ਦਾ ਰੂਪ ਧਾਰ ਗਈ। ਆਪਾਂ ਵੀ ਇੱਥੇ ਬੈਠੇ ਆ, ਆਪਣੇ ਕੋਲ ਕੀ ਸੀ ਆਪ ਹੀ ਦੱਸਦੇ, ਤੁਸੀਂ ਮੇਰੇ ਤੋਂ ਜ਼ਿਆਦਾ ਵੀ ਜਦੋਂ ਤੁਸੀਂ ਆਪਾਂ ਸ਼ੁਰੂ ਆਪਣੇ ਪੱਲੇ ਕੀ ਸੀ, ਤੇ ਗੁਰੂ ਘਰ ਨੇ ਇੱਥੋਂ ਤੱਕ ਲਿਆਂਦਾ। ਤੇ ਇਹ ਕਥਾ ਤਾਂ ਫਿਰ ਜਿਹਦੇ ਨਾਲ ਬੀਤੀ ਉਹ ਇਸ ਕਥਾ ਨੂੰ ਮੰਨੋ, ਦੂਜਾ ਭਾਵੇਂ ਨਾ ਮੰਨੇ। ਤੋ ਕਹਿੰਦੇ ਜਦੋਂ 2-2 ਦਾਣੇ 3-3 ਗਏ, ਤੇ ਅੱਜ ਹੋਰ ਭਲਕ ਹੋਰ, ਉੱਥੇ ਤਾਂ ਬਣ ਗਏ ਮਹਿਲ। ਜਦੋਂ ਬੱਚੇ ਰੌਣਕ ਹੋ ਗਈ, ਤੇ ਉਸ ਘਰ ਦੀ ਬਰਾਤ ਮਾੜੀ, ਉੱਥੇ ਵੇਸ਼ਵਾ ਨੱਚਣ ਲੱਗ ਪਈ, ਜੋ ਸਾਡੇ ਘਰਾਂ 'ਚ ਸ਼ੁਰੂ ਹੋਇਆ। ਸਾਡੇ ਦਾਦੇ ਬਾਬਿਆਂ ਬਚਾਇਆ ਸਾਨੂੰ, ਆਉਣ ਵਾਲੀ ਪੀੜ੍ਹੀ ਤੇ ਲੈ ਗਈ। ਕਹਿੰਦੇ ਉੱਥੇ ਜਦੋਂ ਸ਼ਰਾਬ ਗਾਉਣ ਵਾਲੀ ਮੀਟ ਬਣ ਲੱਗ ਪਿਆ, ਤੇ ਉਹ ਚਿੜੀ ਚਿੜਾ ਵੇਂਦੇ, ਕਹਿੰਦੇ ਇਹ ਕੀ ਹੋਇਆ? ਇਹ ਤਾਂ ਕੰਮ ਉਲਟ ਹੋ ਗਿਆ। ਗੁਰੂ ਨਾਨਕ ਦੀ ਬਖਸ਼ਿਸ਼ ਦੇ ਨਾਲ ਇਹਨਾਂ ਦਾ ਘਰ ਕਿੱਥੋਂ ਤੱਕ ਆ ਗਿਆ, ਇਹ ਤਾਂ ਨਾਸਤਕ ਬਣ ਗਏ ਅੱਜ। ਤੇ ਚਿੜਾ ਕਹਿੰਦਾ ਫਿਰ ਇਹਦਾ ਗੁਨਾਹਦਾਰ ਆਪਾਂ ਹੀ ਆ, ਵੀ ਰੱਬ ਨੇ ਇਹਨਾਂ ਨੂੰ ਜਿੱਥੇ ਰੱਖਿਆ ਸੀ ਉੱਥੇ ਰਹਿਣ ਦਿੰਦੇ,
ਆਪਾਂ ਤਰਸ ਕੀਤਾ ਇਹਨਾਂ ਦੇ ਉੱਤੇ ਤੇ ਆਪਾਂ ਗੁਨਾਹਗਾਰ ਹੈ। ਕਹਿੰਦੀ ਫਿਰ ਹੁਣ ਕੀ ਕਰੀਏ? ਕਹਿੰਦਾ ਜਦੋਂ ਆਪਾਂ ਪਿਛਲੇ ਜਾਮੇ 'ਚ ਸਾਂ ਤੈਨੂੰ ਪਤਾ ਸੀ ਗੁਰੂ ਸਾਹਿਬ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ ਸੀ ਜਿਹੜਾ ਗੁਰੂ ਘਰ ਦਾ ਖਾਂਦਾ ਉਹਦਾ ਕੱਖ ਨਹੀਂ ਰਹਿੰਦਾ। ਧਿਆਨ ਦਿਓ, ਕਈ ਵਾਰ ਆਮ ਲੋਕੀ ਕਹਿੰਦੇ ਜੀ ਇਹ ਬਾਬੇ ਖਾ ਗਏ ਜੀ, ਇੱਦਾਂ। ਤੁਹਾਨੂੰ ਕੀ ਆ? ਜਿਹੜਾ ਖਾਂਦਾ ਗੁਰੂ ਦਾ ਲੱਭਣਾ ਨਹੀਂ ਉਹਨੇ, ਭਾਵੇਂ ਮੈਂ ਹੋਵਾਂ। ਹੁਣ ਕੀ ਕੀਤਾ ਉਸ, ਇਹ ਗੁਰੂ ਹਰਿਰਾਏ ਸਾਹਿਬ ਦੀ ਕਥਾ ਚੱਲ ਰਹੀ। ਕਹਿੰਦੇ ਉਸ ਚਿੜੀ ਚਿੜੇ ਨੇ ਕੀ ਕੀਤਾ? ਕਹਿੰਦੇ ਹੁਣ ਇਹਨਾਂ ਦਾ ਕੰਮ ਥੱਲੇ ਕਿੱਦਾਂ ਲਿਆਈਏ? ਕਹਿੰਦੇ ਜਿੱਦਾਂ ਚੜਾਇਆ। ਕਹਿੰਦੇ ਵੀ ਚੜਾਇਆ ਤੇ ਆਪਾਂ ਇਹਨਾਂ ਦੇ ਘਰੋਂ ਦਾਣੇ ਲਿਜਾ ਕੇ ਸੰਗਤ ਵਿੱਚ ਪਾਉਣ ਲੱਗ ਪਏ। ਕਹਿੰਦੇ ਫਿਰ ਸੰਗਤ ਤੇ ਚੜਾਇਆ ਤੇ ਸੰਗਤ ਹੀ ਡੇਗੂਗੀ। ਕਹਿੰਦੇ ਕਰਨਾ ਕੀ ਆ? ਕਹਿੰਦੇ ਗੁਰੂ ਹਰਿਰਾਏ ਸਾਹਿਬ ਦੇ ਲੰਗਰ ਦਾ ਅਨਾਜ ਲਿਆ ਕੇ ਤੇ ਇਹਨਾਂ ਦੇ ਘਰ 'ਚ ਰੱਖਣਾ ਸ਼ੁਰੂ ਕਰ ਦੇ। ਔਰ ਗੁਰੂ ਸਾਹਿਬ ਕਹਿੰਦੇ ਜਿੱਦਾਂ ਗੁਰੂ ਘਰ ਦਾ ਆਇਆ ਉਹਨਾਂ ਦੇ ਘਰ ਦਿਨਾਂ ਦੇ ਵਿੱਚ ਹੀ ਤੱਪੜ ਰੁਲ ਗਏ, ਦਿਹਾੜੀਆਂ ਤੇ ਆ ਗਏ। ਗੁਰੂ ਘਰ ਐਵੇਂ ਨਹੀਂ ਬਾਪੂ ਨੇ ਪੁੱਤਾਂ ਤੇ ਖੱਫਣ ਪਾਏ, ਇਹਨੂੰ ਮੱਥੇ ਟੇਕਦੇ ਕੁਝ ਹੈ। ਇਸ ਕਰਕੇ ਗੁਰੂ ਹਰਿਰਾਏ ਸਾਹਿਬ ਨੇ ਕਥਾ ਸੁਣਾਈ, ਸਾਰੀ ਸੰਗਤ ਗਦਗਦ ਹੋਈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਜੀ ਅਸੀਂ ਹੁਣ ਤੁਹਾਡੇ ਤੋਂ ਚਲੇ ਜਾਣਾ। ਸੰਗਤਾਂ ਰੋਪੀਆਂ। ਫਿਰ ਮਹਾਰਾਜ ਜੀ ਨੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਛੋਟੀ ਉਮਰ ਵਿੱਚ, ਕਈ ਵਿਦਵਾਨਾਂ ਨੇ 3 ਸਾਲ, ਕਈਆਂ ਨੇ 5 ਲਿਖੀ ਹੈ, ਤੋ ਮਹਾਰਾਜ ਜੀ ਗੁਰਤਾ ਗੱਦੀ ਤੇ ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਸਪੁੱਤਰ, ਆਖੋ ਸਤਨਾਮ। ਉਹਨਾਂ ਨੇ ਗੁਰਤਾ ਗੱਦੀ ਦਾ ਤਿਲਕ ਲਾਤਾ, ਗੁਰਤਾ ਗੱਦੀ ਦੇਤੀ, ਫੁੱਲਾਂ ਦੀਆਂ ਵਰਖਾ ਹੋਈਆਂ। ਤੇ ਅੱਜ ਦੇ ਦਿਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੰਗਤ ਵਿੱਚ ਬੈਠੇ ਐ, ਰਾਗੀ ਕੀਰਤਨ ਕਰ ਰਹੇ ਐ ਤੇ ਮਹਾਰਾਜ ਲਈ ਪਲੰਗਾ ਲੱਗਾ ਹੋਇਆ ਤੇ ਜਿੱਥੇ ਮਹਾਰਾਜ ਨੇ ਲੇਟਣਾ ਮਹਾਰਾਜ ਨੇ ਉਹ ਵੀ ਚਾਦਰ ਵਿਛਾਤੀ। ਸਾਰੀ ਸੰਗਤ ਆ ਕੇ ਬੈਠੀ। ਬਹੁਤ ਵੱਡਾ ਠਾਠਾਂ ਮਾਰਦਾ ਇਕੱਠ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਮੇਰੇ ਪਾਤਸ਼ਾਹ ਮਾਲਕ ਦੁਨੀਆ ਦਾ ਅੱਜ ਕੀਰਤਨ ਸੁਣ ਰਿਹਾ। ਮਹਾਰਾਜ ਕਹਿੰਦੇ ਇੱਥੇ ਵਿਛਾਈ ਕਰ ਦਿਓ, ਚਿੱਟੀ ਚਾਦਰ ਲੈ ਆਓ। ਸਾਰੀ ਸਮੱਗਰੀ ਮੰਗਾ ਲਈ। ਇਤਿਹਾਸ ਕਹਿੰਦਾ ਸੁਣਦੇ ਸੁਣਦੇ ਕੀਰਤਨ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਬੈਠੇ ਸੰਗਤਾਂ ਨੂੰ ਨਿਹਾਲ ਕਰ ਰਹੇ ਐ, ਤਾਰੀ ਜਾਂਦੇ। ਭਲਾ ਕਰਕੇ ਮਹਾਰਾਜ ਤਖਤ ਤੋਂ ਉੱਠੇ ਤੇ ਚਾਦਰ ਦੇ ਉੱਤੇ ਆ ਕੇ ਲੰਮੇ ਪੈ ਗਏ। ਤੇ ਇਤਿਹਾਸ ਕਹਿੰਦੇ ਮਹਾਰਾਜ ਦੇ ਮੁੱਖ 'ਚ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਚੀ ਆਵਾਜ਼ ਵਿੱਚ ਮਹਾਰਾਜ ਚਾਦਰ ਓੜ ਕੇ ਵਾਹਿਗੁਰੂ ਵਾਹਿਗੁਰੂ ਕਰਦੇ। ਕਹਿੰਦੇ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਆਵਾਜ਼ ਜਿਹੜੀ ਘਟਦੀ ਬੰਦ ਹੋ ਗਈ। ਰਾਗੀ ਸਿੰਘਾਂ ਨੂੰ ਮਹਾਰਾਜ ਕਹਿੰਦੇ ਤੁਸੀਂ ਹਟਣਾ ਨਹੀਂ, ਲੱਗੇ ਰਿਹੋ। ਫਿਰ ਸਿੱਖਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੋਤੀ ਜੋਤ ਸਮਾ ਗਏ। ਸੰਗਤਾਂ ਦਾ ਡਾਢਾ ਇਕੱਠ ਸੀ। ਫਿਰ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਆਈ, ਵਿਰਾਗ ਕੀਤੇ। ਔਰ ਜਦੋਂ ਮਹਾਰਾਜ ਚਾਦਰ ਲੈਣ ਲੱਗੇ ਸੀ ਕੁਝ ਬਚਨ ਕਰਕੇ ਗਏ, ਤੁਸੀਂ ਵੀ ਪੱਲੇ ਬੰਨ ਲਿਓ, ਟਾਈਮ ਹੋ ਗਿਆ। ਪਹਿਲਾ ਬਚਨ ਮਹਾਰਾਜ ਨੇ ਕੀਤਾ ਸੀ ਵੀ ਲੰਗਰ ਦੀ ਸੇਵਾ ਨਾ ਛੱਡਿਓ। ਦੂਜਾ ਬਚਨ ਗੁਰੂ ਹਰਿਰਾਏ ਸਾਹਿਬ ਨੇ ਕੀਤਾ ਸੀ ਵੀ ਜੋ ਤੁਸੀਂ ਨਹੀਂ ਆ ਨਾ, ਹਾਂਜੀ, ਜੋ ਤੁਸੀਂ ਨਹੀਂ ਆ ਕਦੇ ਬਣਨ ਦਾ ਯਤਨ ਨਾ ਕਰਿਓ। ਬਹੁਤੇ ਬੰਦੇ ਮੈਂ ਵੇਖੇ ਉਹ ਹੈ ਨਹੀਂ ਜੋ ਬਣਦੇ ਦੁਨੀਆ 'ਚ। ਮਾਰੇ ਕਹਿੰਦੇ ਜੋ ਤੁਸੀਂ ਹੈ ਨਹੀਂ ਉਹ ਕਦੇ ਬਣਿਓ ਨਾ, ਤੇ ਜੋ ਤੁਸੀਂ ਹੈ ਉਹ ਕਦੇ ਲੋਕਾਂ ਤੋਂ ਛੁਪਾਇਓ ਨਾ। ਸਮਝ ਗਏ ਹੋਣੇ ਆਪਾਂ ਵੀ ਜੋ ਤੁਸੀਂ ਨਹੀਂ ਉਹ ਕਦੇ ਬਣਿਓ ਨਾ, ਤੇ ਜੋ ਹੈਗੇ ਉਹ ਕਦੇ ਦੁਨੀਆ ਤੋਂ ਛੁਪਾਇਓ ਨਾ। ਤੀਜਾ ਬਚਨ ਕੀਤਾ ਮਾਰੇ ਕਹਿੰਦੇ ਜਿੱਥੇ ਗੁਰੂ ਭੁੱਲੇ ਉੱਥੇ ਕਦੇ ਜਾਇਓ ਨਾ, ਤੇ ਜਿਹਨੂੰ ਮਿਲ ਕੇ ਗੁਰੂ ਭੁੱਲੇ ਉਹਨੂੰ ਕਦੇ ਬੁਲਾਇਓ ਨਾ। ਇਹ 5-6 ਬਚਨ ਮਹਾਰਾਜ ਨੇ ਆਖਰੀ ਕੀਤੇ। ਪਹਿਲਾ ਬਚਨ ਵੀ ਲੰਗਰ ਦੀ ਸੇਵਾ ਨਾ ਛੱਡਿਓ। ਦੂਜਾ ਬਚਨ ਮਹਾਰਾਜ ਸੱਚੇ ਪਾਤਸ਼ਾਹ ਵੀ ਜੋ ਤੁਸੀਂ ਨਹੀਂ ਆ ਉਹ ਕਦੇ ਬਣਿਓ ਨਾ, ਤੇ ਜੋ ਤੁਸੀਂ ਹੈਗੇ ਹੋ ਕਦੇ ਲੁਕਾਇਓ ਨਾ। ਤੇ ਮਹਾਰਾਜ ਕਹਿੰਦੇ ਕਿ ਗੁਰੂ ਕੇ ਮਹਾਰਾਜ ਜੀ ਚਾਦਰ ਓੜ ਕੇ ਪੈ ਗਏ ਤੇ ਕਹਿੰਦੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਸਰੀਰ ਕਰਕੇ ਬਹੁਤ ਛੋਟੇ ਹੈ, ਮੋਢਾ ਨਹੀਂ ਦੇ ਸਕੇ ਨਾ ਚੌਰ ਹੀ ਕਰ ਸਕੇ। ਉੱਦਾਂ ਜੋਤ ਬਹੁਤ ਵੱਡੀ ਹੈ ਪਰ ਸਰੀਰ ਕਰਕੇ, ਕਿਉਂਕਿ ਬਾਕੀ ਸਿੱਖਾਂ ਨੇ ਬਿਬਾਨ ਚੁੱਕਿਆ ਤੇ ਜਾ ਕੇ ਪਤਾਲਪੁਰੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਦੇਹਰਾ ਬਣਿਆ, ਦੋਵੇਂ ਦੇਹਰੇ ਇਕੱਠੇ ਹੀ ਆ। ਤੁਸੀਂ ਪਤਾਲਪੁਰੀ ਗਏ ਹੋਗੇ ਕੀਰਤਪੁਰ, ਉੱਥੇ ਮਹਾਰਾਜ ਲਈ ਚੰਦਨ ਦੀਆਂ ਲੱਕੜਾਂ ਚਿਣ ਦਿੱਤੀਆਂ ਗਈਆਂ। ਸੰਗਤਾਂ ਨੇ ਬੇਅੰਤ ਬਖਸ਼ਿਸ਼ਾਂ, ਰਸਤਾਂ ਬਸਤਾਂ, ਘਿਓ ਦੇਸੀ ਬੜਾ ਕੁਝ ਲੈ ਕੇ ਆਂਦਾ। ਤੇ ਇਤਿਹਾਸ ਕਹਿੰਦਾ ਇਹ ਚੀਜ਼ ਮਾਫੀ ਦਿਓ ਸੱਚ ਹੈ ਕਿ ਜਦੋਂ ਮਹਾਰਾਜ ਨੂੰ ਲੱਕੜਾਂ ਤੇ ਚੰਦਨ ਦੀਆਂ ਤੇ ਟਿਕਾ ਕੇ ਸਾਰੀ ਸਮੱਗਰੀ ਪਾ ਕੇ ਤੇ ਕੁਝ ਸਿੱਖ ਬਹੁਤਾ ਹੀ ਪਿਆਰ ਕਰਦੇ ਸੀ ਮਹਾਰਾਜ ਨੂੰ, ਉਹਨਾਂ ਨੇ ਬਚਨ ਕਰਤਾ, ਕਹਿਣ ਲੱਗੇ ਵੀ ਜਦੋਂ ਅਗਨ ਚੱਲੀ ਅਸੀਂ ਵੀ ਨਾਲ ਹੀ ਚਲੇ ਜਾਣਾ, ਅਸੀਂ ਰਹਿ ਨਹੀਂ ਸਕਣਾ।
ਪਰ ਉੱਥੇ ਇੱਕ ਅਦ੍ਰਿਸ਼ ਕੌਤਕ ਵਰਤ ਗਿਆ ਵੀ ਜਦੋਂ ਮਹਾਰਾਜ ਦੀ ਚਿਖਾ ਨੂੰ ਅਗਨ ਭੇਟ ਕੀਤਾ ਗਿਆ, ਲੱਕੜਾਂ ਦੇ ਵਿੱਚੋਂ ਗੁਰੂ ਸਾਹਿਬ ਦਾ ਸਰੀਰ ਜਿਹੜਾ ਸੀ ਗਾਇਬ ਹੋ ਗਿਆ। ਸਤਿ ਸ੍ਰੀ ਅਕਾਲ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਰੀਰ ਨਹੀਂ ਮਿਲਿਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਬਾਪੂ ਰਾਵੀ ਦੇ ਵਿੱਚ ਚੁੱਭੀ ਲਾਈ, ਮੁੜ ਕੇ ਬਾਹਰ ਨਹੀਂ ਆਏ। ਤੇ ਗੁਰੂ ਹਰਿਰਾਏ ਸਾਹਿਬ ਜੀ ਤੇ 10ਵੇਂ ਪਾਤਸ਼ਾਹ ਦਾ ਸਰੀਰ ਨਹੀਂ ਮਿਲਿਆ। ਇਹ 4 ਪਾਤਸ਼ਾਹੀਆਂ 10 ਪਾਤਸ਼ਾਹੀਆਂ ਚੋਂ ਜਿਨ੍ਹਾਂ ਦੇ ਸਰੀਰ ਨਹੀਂ ਮਿਲੇ, ਜਿਨ੍ਹਾਂ ਨੂੰ ਆਪਣੀ ਕੌਤਕ ਵਰਤਾ ਦਿੱਤਾ, ਆਪਣੀ ਖੇਡ ਵਰਤਾਤੀ ਉੱਥੇ ਫਿਰ ਮਹਾਰਾਜ ਨੇ, ਕਿਉਂਕਿ ਮਹਾਰਾਜ ਨੂੰ ਪਤਾ ਹੈ ਪਿਆਰ ਬੜਾ ਕਰਦੇ, ਨਾ ਛਾਲ ਮਾਰ ਦੇਣੀ ਹੈ। ਤੇ ਉਸ ਵੇਲੇ ਮਹਾਰਾਜ ਦੀਆਂ ਫਿਰ ਉਹਨਾਂ ਲੱਕੜਾਂ ਦੇ ਉੱਤੇ ਮਹਾਰਾਜ ਦੀ ਸਮੱਗਰੀ ਜਿਹੜੀ ਜਲ ਰਹੀ, ਸੰਗਤਾਂ ਸ਼ਬਦ ਪੜ੍ਹ ਰਹੀਆਂ, ਔਰ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਸਾਰਾ ਕੁਝ ਟਿਕਾ ਕੇ ਬਾਬਾ ਹਰਿ ਕ੍ਰਿਸ਼ਨ ਬਾਲਾ ਪ੍ਰੀਤਮ ਮਹਾਰਾਜ ਜੀ ਦੇ ਅੰਦਰ ਤੇ ਆਪ ਪ੍ਰਭ ਪੁਰ ਪਿਆਨੇ ਕਰ ਗਏ। ਆਪ ਗੁਰੂ ਸੰਗਤਾਂ ਦਾ ਧੰਨਵਾਦ। ਔਰ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਭਾਵਨਾ ਦੇ ਨਾਲ ਗੁਰੂ ਕੀ ਸੰਗਤ ਜੁੜਦੀ ਹੈ। ਗੁਰੂ ਘਰ ਦੀਆਂ ਅਸੀਸਾਂ ਹਨ ਭਾਈ ਸਾਹਿਬ ਭਾਈ ਬਲਵੰਤ ਸਿੰਘ, ਜਿਨ੍ਹਾਂ ਵੱਲੋਂ ਮਹਾਰਾਜ ਦੇ ਚੌਰ ਸਾਹਿਬਾਂ ਦੀਆਂ ਸੇਵਾਵਾਂ ਕੀਤੀਆਂ। ਧੰਨਵਾਦੀ ਹਾਂ, ਕਿਉਂਕਿ ਮਹਾਰਾਜ ਦੀ ਸੇਵਾ ਉਹਨੂੰ ਜਿਹਨੂੰ ਆਉਂਦੀ ਉਹ ਕਰ ਸਕਦਾ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਭਾਈ। ਮਹਾਰਾਜ ਦੇ ਸੋਹਣੇ ਚਾਹੀਦੇ ਬਸਤਰ, ਸਾਰਾ ਕੁਝ, ਕਿਉਂਕਿ ਗੁਰੂ ਗਰੀਬ ਨਿਵਾਜ ਦਾ ਘਰ ਵੱਡਾ ਏ। ਇਹਦੀਆਂ ਵਡਿਆਈਆਂ ਵੀ ਬਹੁਤੀਆਂ ਵੱਡੀਆਂ ਨੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਭ ਦੀ ਚੜ੍ਹਦੀ ਕਲਾ ਕਰਨ। ਆਪਾਂ ਨੂੰ ਵੀ ਮਹਾਰਾਜ ਅੱਗੇ ਬੇਨਤੀ ਕਿ ਸਤਿਗੁਰੂ ਜਿੱਦਾਂ ਤੁਸੀਂ ਆਪ ਸੱਚਖੰਡ ਗਏ, ਕਿਤੇ ਸਾਨੂੰ ਵੀ ਇੱਦਾਂ ਹੀ ਲੈ ਜਾਓ। ਮੇਰਾ ਮਾਤ ਪਿਤਾ ਹਰ ਰਾਇਆ, 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 ਮਾਤ ਪਿਤਾ ਹਰ ਰਾਇਆ, ਮਾਤ ਪਿਤਾ ਹਰ ਰਾਇਆ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਮੇਰਾ ਮਾਤ ਪਿਤਾ ਹਰ ਰਾਇਆ, 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 ਸੱਚ ਜਾਣਿਓ ਹਟਣ ਨੂੰ ਜੀ ਨਹੀਂ ਕਰਦਾ। ਮਹਾਰਾਜ ਸਾਹਿਬ ਦੀ ਕਥਾ ਇੰਨੀ, ਔਰ ਕਿੰਨੇ ਕਰਮ ਭਾਗ ਕਿ ਮਾਤਾ ਦਮੋਦਰੀ ਸਾਹਿਬ ਜੀ ਦੇ ਪੋਤਰੇ ਸੀ ਗੁਰੂ ਹਰਿਰਾਏ ਸਾਹਿਬ। ਕਿੰਨਾ ਵੱਡਾ ਇਸ ਸਥਾਨ ਦੀ ਮਹਾਤਮ ਹੈ, ਜਿਨ੍ਹਾਂ ਦੇ ਘਰ 'ਚ ਆਪਾਂ ਨੂੰ ਸੇਵਾਵਾਂ ਮਿਲੀਆਂ। ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ, ਜੋ ਵਰ ਮੰਗਿਆ ਕਿੱਡੀਆਂ ਖੇਡਾਂ। ਵੇਖੋ ਵੀ ਗੁਰਤਾ ਗੱਦੀ 6ਵੇਂ ਪਾਤਸ਼ਾਹ ਨੇ, ਦਇਆ ਦੇ ਦਾਤੇ ਨੇ, ਆਪਣੇ ਪੋਤਰੇ ਨੂੰ ਦਿੱਤੀ। ਤੇ ਗੁਰੂ ਹਰਿਰਾਏ ਸਾਹਿਬ ਨੇ ਗਾਂ ਆਪਣੇ ਪੁੱਤਰ ਤੇ ਫੇਰ ਵਾਪਸ ਆ ਕੇ ਗੁਰੂ ਤੇਗ ਬਹਾਦਰ ਵੱਲ ਨੂੰ। ਬੜਾ ਵੱਡਾ ਇਤਿਹਾਸ ਹੈ। ਬਹੁਤੀ ਸੰਗਤ ਨੂੰ ਇਹ ਨਹੀਂ ਪਤਾ ਵੀ ਗੁਰਤਾ ਗੱਦੀ ਜਿਹੜੀ ਹੈ, ਕਈਆਂ ਨੂੰ ਨਹੀਂ ਪਤਾ ਕਿ ਗੁਰੂ ਹਰਿਰਾਏ ਸਾਹਿਬ ਜੀ ਤੇ ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਬਹੁਤ ਸਮਾਂ ਛੋਟੇ ਹੈ। ਕਈ ਸਿੱਧਾ ਹਿਸਾਬ ਲਾਉਂਦੇ ਵੀ ਜਿਹੜੇ ਬਖਸ਼ਿਸ਼ ਦੇ ਦਾਤੇ ਨਾ, ਵੀ ਗੁਰੂ ਤੇਗ ਬਹਾਦਰ ਨਾਵੇਂ ਪਾਤਸ਼ਾਹ ਹੋਏ ਤੇ ਇਹ ਛੋਟੇ ਨਹੀਂ। ਇਹ ਕੋਈ ਉਹਦੀ ਖੇਡ ਹੈ, ਪਤਾ ਨਹੀਂ ਕਿਹੜੀਆਂ ਖੇਡਾਂ 'ਚ। ਕਿਉਂਕਿ ਬਾਬਾ ਸ਼੍ਰੀ ਚੰਦ ਜੀ ਦਾ ਜਦੋਂ ਜ਼ਿਕਰ ਆਉਂਦਾ ਨਾ,
ਉਹ ਉਦਾਸੀ ਸਾਧੂ ਹੋਏ ਹੈ। ਉਹਨਾਂ ਵਿਆਹ ਨਹੀਂ ਸੀ ਕਰਾਇਆ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਦਰਸ਼ਨ ਕਰਨ ਗਏ ਨਾ, ਤੇ ਉੱਥੇ ਫਿਰ ਬਾਬਾ ਸ਼੍ਰੀ ਚੰਦ ਕਹਿੰਦੇ ਵੀ ਆ ਬੱਚੇ ਕਿਹਦੇ ਆ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮਹਾਂਪੁਰਖੋ ਤੁਹਾਡੇ ਹੀ ਆ। ਕਹਿੰਦੇ ਗੱਲਾਂ ਨਾਲ ਹੀ ਸਾਰੋਗੇ ਕਿ ਦਓਗੇ ਵੀ? ਤੇ ਮਹਾਂਪੁਰਖ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜੀ ਗੁਰੂ ਨਾਨਕ ਦੇ ਘਰ ਗੱਲਾਂ ਨਹੀਂ, ਇੱਥੇ ਬਚਨ ਕਮਾਏ ਜਾਂਦੇ ਆ। ਕਹਿੰਦੇ ਗੱਲਾਂ ਨਾਲ ਹੀ ਸਾਰੋਗੇ ਕਿ ਦਓਗੇ? ਤੇ ਉਹ ਕਹਿਣ ਲੱਗੇ ਮਹਾਰਾਜ ਜਿਹੜਾ ਮਰਜ਼ੀ ਲੈ ਲਓ। ਤੇ ਬਾਬਾ ਸ਼੍ਰੀ ਚੰਦ ਜੀ ਉੱਠੇ ਧੂਣੇ ਤੋਂ, ਤੇ 5 ਪੁੱਤਰ ਖਲੋਤੇ ਸੀ, ਬਾਬਾ ਗੁਰਦਿੱਤਾ, ਅਣੀ ਰਾਏ, ਅਟਲ ਰਾਏ, ਸੂਰਜਮਲ ਤੇ ਗੁਰੂ ਤੇਗ ਬਹਾਦਰ। ਤੇ ਕਿੱਡੀ ਵੱਡੀ ਦਾਤ ਵੀ ਬਾਬੇ ਸ਼੍ਰੀ ਚੰਦ ਨੇ 5 ਚੋਂ ਜਾ ਕੇ ਮਾਤਾ ਦਮੋਦਰੀ ਸਾਹਿਬ ਦੇ ਪੁੱਤਰ ਬਾਬੇ ਗੁਰਦਿੱਤੇ ਦਾ ਗੁੱਟ ਫੜਿਆ। ਕਹਿੰਦੇ ਆਹ ਦੇ ਦੇ, ਮੈਨੂੰ ਪਸੰਦ ਹੈ। ਕਿੰਨੀ ਵੱਡੀ ਇਹ ਧਰਤੀ ਹੈ ਬ੍ਰਹਮ ਗਿਆਨੀਆਂ ਦੀ, ਜਿੱਥੇ ਆਪਾਂ ਸਾਰਿਆਂ ਨੂੰ ਗਰੀਬਾਂ ਨੂੰ ਸੇਵਾ ਮਿਲੀ। ਮੈਨੇਜਰ ਸਾਹਿਬ ਸਾਡੇ 'ਚ ਬੈਠੇ ਆ ਕੇ, ਗੁਰੂ ਕੇ ਰਾਗੀ ਬੈਠੇ ਸੰਗਤਾਂ। ਇਹ ਘਰ ਦੀ ਸੇਵਾ ਕਰਮਾਣਾ ਮਿਲਦੀ, ਤੇ ਤਕੜੇ ਹੋ ਕੇ ਕਰਿਆ ਕਰੋ। ਜਿੰਨੀ ਵੀ, ਜਿੱਦਾਂ ਅੱਜ ਗੁਰੂ ਹਰਿਰਾਏ ਸਾਹਿਬ ਦੇ ਆਪਾਂ ਬਚਨ ਕਿ ਮਹਾਰਾਜ ਕਹਿੰਦੇ ਭਾਵੇਂ ਤੇਰੇ ਘਰ ਕਿਲੋ ਆਟਾ, ਇੱਕ ਮੁੱਠੀ ਕੱਢ ਲਿਆ ਕਰ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਵੀ ਸਾਰਾ ਪਿੰਡ ਦਸਵੰਧ ਕੱਢੇ ਨਾ ਸੱਚੇ ਮਨੋਂ। ਸਾਰਿਆਂ ਦੇ ਬੱਚੇ ਬਾਹਰ ਹੈ, ਮਹੀਨੇ ਦਾ ਇੱਕ ਘਰ 10,000 ਰੁਪਇਆ ਦਸਵੰਧ ਬਣਦਾ। ਤੇ ਕਿੱਡਾ ਪਿੰਡ ਹੈ, ਜੋ ਮਰਜ਼ੀ ਬਣਾਈ ਫਿਰੋ, ਪਰ ਅਸੀਂ ਗੁਰੂ ਦੇ ਬਚਨ ਨੂੰ ਮੰਨਦੇ ਨਹੀਂ। ਹਸਪਤਾਲਾਂ 'ਚ ਦੇ ਆਈਦਾ 5-6 ਲੱਖ, ਪਰ ਗੁਰੂ ਘਰ ਨੂੰ ਨਹੀਂ ਦੇਈਦਾ। ਤੇ ਇਸ ਕਰਕੇ ਸਾਧ ਸੰਗਤ ਜੀ ਬਹੁਤ ਕੁਝ ਇਤਿਹਾਸ ਵਿੱਚ ਜਿਨ੍ਹਾਂ ਨੂੰ ਪਤਾ ਲੱਗ ਗਿਆ, ਉਹ ਤੇ ਫਿਰ ਕਹਿੰਦੇ ਨਾਨਕ ਨਾਮ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ, ਬੋਲੇ